ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਇ ਨਾ ਮੇਟੈ ਦਾਤ। ਭੂਲੇ ਮਾਰਗ ਜਿਨੈ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੈ ਗੁਰ ਚਰਨ ਪਿਆਰੇ। ਗਿਆਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਂਦੇ ਹੋਏ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ। ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਗੁਰੂ ਘਰ ਦੇ ਕੀਰਤਨੀਏ ਭਾਈ ਰਵਿੰਦਰ ਸਿੰਘ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸਨ। ਹੁਣ ਜੋ ਸਮਾਂ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਸਮੇਂ ਤੋਂ ਲਾਹਾ ਪ੍ਰਾਪਤ ਕਰੀਏ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਆਪਾਂ ਵਿਚਾਰ ਸਾਂਝੀ ਕਰਨੀ ਹੈ। ਆਪਾਂ ਗੁਰਬਾਣੀ ਦੇ ਵਿੱਚ ਬਚਨ ਪੜ੍ਹਦੇ ਸੁਣਦੇ ਹਾਂ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ। ਸੇ ਜੰਤ ਭੈ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ, ਜਿਨੇ ਡਿਠਾ ਤਿੰਨਾ ਲੈ ਛਡਾਏ। ਹਰ ਸਤਿਗੁਰ ਮੇਲੋ ਦਇਆ ਕਰ, ਜਨ ਨਾਨਕ ਧੋਵੈ ਪਾਏ। ਪਹਿਲੀ ਗੱਲ ਕਹੀ ਵੀ ਉਹ ਧਰਤੀ ਭਾਗਾਂ ਵਾਲੀ, ਜਿੱਥੇ ਗੁਰੂ ਨੇ ਚਰਨ ਪਾਏ ਜਾਂ ਗੁਰੂ ਦਾ ਪ੍ਰਕਾਸ਼ ਹੋਇਆ। ਉਹ ਧਰਤੀ ਕਿਹੜੀ ਹੈ? ਉਹ ਧਰਤੀ ਹੈ ਚੂਨਾ ਮੰਡੀ ਲਾਹੌਰ ਦੀ ਧਰਤੀ, ਜਿੱਥੇ ਹੀਰਿਆਂ ਦੇ ਵਪਾਰੀ ਆਉਂਦੇ ਸਨ। ਹੀਰਿਆਂ ਦਾ ਵਪਾਰ, ਅਤੇ ਖਾਸ ਕਰਕੇ ਹੀਰਿਆਂ ਦੇ ਛੋਟੇ ਛੋਟੇ ਜਿਹੜੇ ਟੁਕੜੇ ਸਨ, ਉਹਨਾਂ ਦਾ ਵਪਾਰ ਹੁੰਦਾ ਸੀ। ਇਸ ਵਾਸਤੇ ਉਹਨੂੰ ਚੂਨਾ ਮੰਡੀ ਕਹਿੰਦੇ ਸਨ। ਚੂਨਾ ਅਤੇ ਆਟੇ ਨੂੰ ਵੀ ਕਹਿੰਦੇ ਨੇ, ਅਤੇ ਚੂਨਾ ਕਲੀ ਨੂੰ ਵੀ ਕਹਿੰਦੇ ਨੇ। ਨਾ ਉੱਥੇ ਕਲੀ ਦਾ ਵਪਾਰ ਸੀ ਅਤੇ ਨਾ ਆਟੇ ਦਾ ਵਪਾਰ ਸੀ। ਉਹ ਮੰਡੀ ਬੜੀ ਅਮੀਰ ਮੰਡੀ ਸੀ। ਉੱਥੇ ਹੀਰਿਆਂ ਦਾ ਵਪਾਰ ਹੁੰਦਾ ਸੀ। ਕੌਣ ਜਾਣਦਾ ਸੀ ਕਿ ਇੱਕ ਦਿਨ ਆਵੇਗਾ, ਐਸਾ ਹੀਰਾ ਪ੍ਰਕਾਸ਼ੇਗਾ ਜਿਹੜਾ ਆਪਣੇ ਪ੍ਰਕਾਸ਼ ਦੇ ਨਾਲ ਸਾਰੇ ਸੰਸਾਰ ਨੂੰ ਪ੍ਰਕਾਸ਼ਮਾਨ ਕਰ ਦੇਗਾ। ਉਹ ਧਰਤੀ ਭਾਗਾਂ ਵਾਲੀ ਲਾਹੌਰ ਦੀ ਧਰਤੀ, ਜਿਹਦੇ ਬਾਰੇ ਬਚਨ ਕੀਤੇ ਸਨ ਕਦੇ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਅਤੇ ਫਿਰ ਬਚਨ ਕੀਤੇ ਗਏ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਵਤੀ ਦਾ ਘਰ। ਜਦੋਂ ਅਸੀਂ ਪਿੱਛੋਂ ਪੜ੍ਹਦੇ ਹਾਂ, ਸੋਢੀਆਂ ਦੀ ਕੁੱਲ ਦੇ ਵਿੱਚੋਂ ਇੱਕ ਗੁਰਦਿਆਲ ਨਾਮ ਦੇ ਸੋਢੀ, ਉਹ ਇਸ ਚੂਨਾ ਮੰਡੀ ਦੇ ਵਿੱਚ ਰਹਿੰਦੇ ਸਨ। ਉਹਨਾਂ ਦੇ ਦੋ ਪੁੱਤਰ ਸਨ।
ਇੱਕ ਦਾ ਨਾਂ, ਛੋਟੇ ਦਾ ਨਾਂ ਜਿਹੜਾ ਇਤਿਹਾਸ ਵਿੱਚ ਆਇਆ ਹੈ ਠਾਕੁਰ ਦਾਸ। ਠਾਕੁਰ ਦਾਸ ਦੇ ਮਹਿਲ ਬੀਬੀ ਕਰਮੋ ਜੀ, ਜਾਂ ਇੱਦਾਂ ਕਹਿ ਲਈਏ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਾਦੀ ਜੀ ਅਤੇ ਦਾਦਾ ਜੀ ਠਾਕੁਰ ਦਾਸ। ਹੁਣੇ ਸੈਕਟਰੀ ਸਾਹਿਬ ਜ਼ਿਕਰ ਕਰ ਰਹੇ ਸੀ ਦਾਦੀ ਜੀ ਦਾ, ਤਾਂ ਮੈਂ ਜ਼ਿਕਰ ਕੀਤਾ। ਗੁਰੂ ਰਾਮਦਾਸ ਮਹਾਰਾਜ ਜੀ ਦੇ ਦਾਦਾ ਜੀ ਠਾਕੁਰ ਦਾਸ ਜੀ ਅਤੇ ਦਾਦੀ ਬੀਬੀ ਕਰਮੋ ਜੀ। ਅੱਗੇ ਇਹਨਾਂ ਦੇ ਘਰ ਇੱਕ ਸਪੁੱਤਰ ਪੈਦਾ ਹੋਇਆ ਜਿਹਦਾ ਨਾਂ ਰੱਖਿਆ ਹਰਦਾਸ। ਅਤੇ ਹਰਦਾਸ ਜੀ ਦੇ ਘਰ 1534 ਦੇ ਵਿੱਚ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਕਾਸ਼ਮਾਨ ਹੋਏ। ਕੱਤਕ ਵਦੀ 2 ਅਤੇ ਸੰਮਤ 1591 ਦੀ ਗੱਲ ਹੈ। 1534 ਦੇ ਵਿੱਚ ਜਦੋਂ ਅਸੀਂ 57 ਸਾਲ ਜੋੜਾਂਗੇ ਅਤੇ ਉਹ ਫਿਰ ਅੱਗੇ 1591 ਸੰਮਤ ਆਉਂਦਾ ਹੈ। ਕੱਤਕ ਵਦੀ 2 ਸੰਮਤ 1591 ਅਤੇ ਸੰਨ ਜਿਹੜਾ ਸੀ ਉਹ 1534 ਗੁਰੂ ਰਾਮਦਾਸ ਮਹਾਰਾਜ ਜੀ ਪ੍ਰਕਾਸ਼ਮਾਨ ਹੋਏ। ਹੁਣ ਸਾਨੂੰ ਇੰਨਾ ਕੁ ਪਤਾ ਲੱਗ ਗਿਆ ਹੈ ਕਿ ਗੁਰੂ ਸਾਹਿਬ ਜੀ ਦੇ ਪਿਤਾ ਜੀ ਹਰਦਾਸ ਜੀ ਅਤੇ ਮਾਤਾ ਸਨ ਦਇਆ ਕੌਰ ਜੀ, ਜਿਨ੍ਹਾਂ ਨੂੰ ਅਨੂਪੀ ਜੀ ਵੀ ਕਹਿੰਦੇ ਨੇ ਇਤਿਹਾਸ ਵਿੱਚ। ਗੁਰੂ ਸਾਹਿਬ ਜੀ ਦੇ ਜੇ ਦਾਦਾ ਜੀ ਸਨ ਉਹ ਠਾਕੁਰ ਦਾਸ ਜੀ। ਗੁਰੂ ਰਾਮਦਾਸ ਮਹਾਰਾਜ ਜੀ ਛੋਟੇ ਜਿਹੇ ਸਨ ਅਤੇ ਉਹਨਾਂ ਦੀ ਮਾਤਾ ਚੜ੍ਹਾਈ ਕਰ ਗਏ। ਉਹਨਾਂ ਦੇ ਇੱਕ ਭਰਾ ਦਾ ਵੀ ਜ਼ਿਕਰ ਆਉਂਦਾ ਹੈ, ਪ੍ਰਿੰਸੀਪਲ ਸਤਬੀਰ ਸਿੰਘ ਨੇ ਲਿਖਿਆ ਹੈ, ਅਤੇ ਇੱਕ ਭੈਣ ਦਾ ਵੀ ਜ਼ਿਕਰ ਆਉਂਦਾ ਹੈ, ਪਰ ਅੱਗੇ ਜਾ ਕੇ ਕੋਈ ਜ਼ਿਕਰ ਨਹੀਂ ਆਉਂਦਾ। ਗੁਰੂ ਰਾਮਦਾਸ ਮਹਾਰਾਜ ਜੀ 7 ਕੁ ਸਾਲ ਦੇ ਸਨ, ਪਿਤਾ ਜੀ ਵੀ ਚੜ੍ਹਾਈ ਕਰ ਗਏ ਅਤੇ ਹੁਣ ਨਾਨਕੇ ਸਨ ਬਾਸਰ ਕੇ, ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਪਣਾ ਪਿੰਡ ਸੀਗਾ। ਨਾਨੀ ਬਾਸਰਕੇ ਤੋਂ ਲਾਹੌਰ ਆਈ ਹੈ, ਕੁਝ ਦਿਨ ਰਹੀ ਹੈ ਅਤੇ ਅਖੀਰ ਉਹਨੇ ਵੇਖਿਆ ਮਾਹੌਲ ਵੀ ਸ਼ਰੀਕੇ ਦੇ ਜਿਹੜੇ ਲੋਕ ਨੇ ਬੜੇ ਡਾਢੇ ਹਨ, ਛੋਟੀ ਉਮਰ ਦਾ ਬੱਚਾ ਹੈ, ਇੱਥੇ ਰਹਿਣਾ ਬੜਾ ਮੁਸ਼ਕਲ ਹੋਵੇਗਾ, ਅਤੇ ਨਾਨੀ ਆਪ ਨੂੰ ਨਾਲ ਲੈ ਆਈ ਬਾਸਰਕੇ। ਜਦੋਂ ਅਸੀਂ ਜ਼ਿਕਰ ਕੀਤਾ ਆਰੰਭ ਵਿੱਚ ਵੀ ਧਰਤੀ ਜਿਹੜੀ ਉਹ ਚੂਨਾ ਮੰਡੀ ਲਾਹੌਰ ਦੀ ਭਾਗਾਂ ਵਾਲੀ, ਅਤੇ ਫਿਰ ਪਿਤਾ ਹਰਦਾਸ ਜੀ ਅਤੇ ਮਾਤਾ ਦਇਆ ਕੌਰ ਜੀ, ਅਤੇ ਕੁੱਲ ਜਿਹੜੀ ਉਹ ਸੋਢੀਆਂ ਦੀ, ਉਹ ਵੀ ਧਨਤਾ ਯੋਗ। ਜਿਉਂ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਿਰਾਜੇ ਨੇ, ਅਤੇ ਫਿਰ 10ਵੇਂ ਪਾਤਸ਼ਾਹ ਤੱਕ ਉਹਨਾਂ ਦੀ ਕੁੱਲ ਦੇ ਵਿੱਚ ਹੀ ਅੱਗੇ ਗੁਰਤਾ ਗੱਦੀ ਰਹੀ ਹੈ। ਇਹ ਵੱਖਰੀ ਗੱਲ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੋਚਿਆ ਕਿ ਜਿਸ ਸ਼ਬਦ ਨੂੰ ਦ੍ਰਿੜ ਕਰਾਉਣ ਵਾਸਤੇ 10 ਜਾਮੇ ਧਾਰਨ ਕੀਤੇ, ਉਹ ਹੁਣ ਤਕਰੀਬਨ ਦ੍ਰਿੜ ਹੋ ਚੁੱਕਿਆ ਵਾ। ਹੁਣ ਸ਼ਬਦ ਗੁਰੂ ਨੂੰ ਹੀ ਗੁਰਤਾ ਗੱਦੀ ਬਖਸ਼ਣੀ ਚਾਹੀਦੀ ਹੈ। ਅਤੇ ਉਹਨਾਂ ਨੇ ਫਿਰ ਸੰਗਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ੀ, ਅਤੇ ਉਹਨਾਂ ਦੇ ਬਚਨ ਸਿੱਖਾਂ ਨੇ ਜੋ ਕਲਮਬੰਦ ਕੀਤੇ ਉਹਨਾਂ ਨੂੰ ਰਹਿਤਨਾਮੇ ਆਖਦੇ ਹਨ। ਅਤੇ ਆਪਾਂ ਅਰਦਾਸ ਵਿੱਚ ਪੜ੍ਹਦੇ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਨਾਨੀ ਆਪ ਜੀ ਨੂੰ ਬਾਸਰ ਕੇ ਲੈ ਆਈ ਹੈ। ਹੁਣ ਉੱਥੇ ਕੀ ਕਰਦੀ ਨਾਨੀ ਵੀ ਘੁੰਗਣੀਆਂ ਉਬਾਲ ਕੇ ਦਿੰਦੀ ਹੈ, ਆਪ ਜੀ ਵੇਚ ਕੇ ਆਉਂਦੇ ਨੇ, ਅਤੇ ਕੁਝ ਪੈਸਿਆਂ ਦਾ ਅਗਲੇ ਦਿਨ ਫਿਰ ਘੁੰਗਣੀਆਂ ਤਿਆਰ ਕਰਨ ਵਾਸਤੇ ਸੌਦਾ ਲੈ ਆਉਂਦੇ ਨੇ, ਅਤੇ ਕੁਝ ਪੈਸਿਆਂ ਦਾ ਗੁਜਰਾਨ ਵਾਸਤੇ ਦਾਲ ਪ੍ਰਸ਼ਾਦੇ ਵਾਸਤੇ ਰਸਤ ਲੈ ਕੇ ਆਉਂਦੇ ਨੇ। ਇੱਕ ਦਿਨ ਕੀ ਹੋਇਆ, ਆਪ ਜੀ ਅਜੇ ਗਏ ਹੀ ਸਨ, ਅਤੇ ਇੱਕ ਸਾਧੂ ਨੇ ਆਖਿਆ, ਬੇਟਾ ਮੈਨੂੰ ਲੱਗਦਾ ਹੈ ਕਿ ਤੇਰੇ ਕੋਲ ਕੋਈ ਖਾਣ ਵਾਲੀ ਚੀਜ਼ ਹੈ, ਮੈਨੂੰ ਤਾਂ ਭੁੱਖ ਬੜੀ ਲੱਗੀ ਹੈ, ਮੈਨੂੰ ਲੱਗਦਾ ਹੈ ਕਿ ਮੇਰੀ ਜਾਨ ਹੀ ਨਿਕਲ ਜਾਣੀ ਹੈ, ਅਤੇ ਬੇਟਾ ਜੇ ਕੋਈ ਖਾਣ ਵਾਲੀ ਚੀਜ਼ ਹੈ ਤਾਂ ਮੈਨੂੰ ਦੇ ਦੇ।
ਉਹ ਛੋਟੇ ਜਿਹੇ ਹੱਥਾਂ ਨਾਲ ਛੋਟੀ ਜਿਹੀ ਟੋਕਰੀ ਸਿਰ ਤੋਂ ਥੱਲੇ ਉਤਾਰੀ, 2 ਬੁੱਕ ਭਰ ਕੇ ਸਾਧੂ ਦੀ ਝੋਲੀ ਵਿੱਚ ਪਾਏ ਨੇ, ਤੇ ਜਿੱਦਾਂ ਬੰਦਾ ਭੁੱਖਾ ਹੋਵੇ ਨਾ, ਬੜੀ ਜਲਦੀ ਜਲਦੀ ਖਾ ਲੈਂਦਾ ਏ। ਜਦੋਂ ਤੁਰਨ ਲੱਗੇ ਉਹਨੇ ਆਖਿਆ ਕਿ ਮੇਰੀ ਭੁੱਖ ਨਹੀਂ ਮਿਟੀ ਤੇ ਮੈਨੂੰ ਹੋਰ ਖਾਣ ਵਾਸਤੇ ਦੇ। ਉਹ ਸਾਰੀਆਂ ਘੁੰਗਣੀਆਂ ਉਹ ਸਾਧੂ ਦੀ ਝੋਲੀ ਵਿੱਚ ਪਲਟ ਦਿੱਤੀਆਂ। ਕੁਝ ਸਮੇਂ ਬਾਅਦ ਜਦੋਂ ਘਰ ਆਏ ਤੇ ਨਾਨੀ ਮਾਂ ਕਹਿੰਦੀ ਹੈ ਕਿ ਪੁੱਤ ਬੜੀ ਛੇਤੀ ਆ ਗਏ, ਕਿੰਨੀ ਕੁ ਵਟਕ ਹੋ ਗਈ ਹੈ? ਆਖਿਆ ਨਾਨੀ ਮਾਂ ਅੱਜ ਕੋਈ ਵਟਕ ਨਹੀਂ ਹੋਈ। ਨਾਨੀ ਮਾਂ ਕਹਿਣ ਲੱਗੀ ਪੁੱਤ ਇੱਦਾਂ ਕਿੱਦਾਂ ਗੁਜ਼ਾਰਾ ਚੱਲੇਗਾ? ਉਹੀ ਆਪਾਂ ਘੁੰਗਣੀਆਂ ਵੇਚ ਕੇ ਰਸਤ ਲਿਆਉਣੇ ਆ, ਅਗਲੇ ਦਿਨ ਫੇਰ ਤੂੰ ਉਹ ਜਾ ਕੇ ਵੇਚਣੀਆਂ ਹੁੰਦੀਆਂ ਏ। ਤੇ ਕਹਿਣ ਲੱਗੇ ਅਸਲ ਵਿੱਚ ਨਾਨੀ ਮਾਂ ਇੱਕ ਭੁੱਖਾ ਸਾਧੂ ਸੀ, ਮੈਂ ਉਹਨੂੰ ਖਵਾ ਆਇਆ, ਮੇਰੇ ਤੋਂ ਕਿਸੇ ਦੀ ਭੁੱਖ ਵੇਖੀ ਨਹੀਂ ਜਾਂਦੀ। ਤੇ ਦੂਜੇ ਦੀ ਭੁੱਖ ਉਹੀ ਜਾਣ ਸਕਦਾ ਜਿਹਨੇ ਆਪਣੇ ਤਨ 'ਤੇ ਭੁੱਖ ਹੰਢਾਈ ਹੋਵੇ। ਜਿਹਨੇ ਕਦੇ ਆਪ ਭੁੱਖੇ ਰਹਿ ਕੇ ਨਹੀਂ ਵੇਖਿਆ, ਉਹ ਦੂਜੇ ਦੀ ਭੁੱਖ ਬਾਰੇ ਕੀ ਜਾਣੇਗਾ। ਭਾਵੇਂ ਕਿੰਨਾ ਕੋਈ ਤਰਲੇ ਲਵੇ, ਉਹ ਠੁਕਰਾ ਕੇ ਅੱਗੇ ਲੰਘ ਜਾਵੇਗਾ। ਜਿਹਨੇ ਆਪ ਜੀਵਨ ਵਿੱਚ ਭੁੱਖ ਦੇਖੀ ਹੋਵੇ, ਉਹ ਫਿਰ ਦੂਜੇ ਦੀ ਭੁੱਖ ਨੂੰ ਜਾਣਦਾ ਤੇ ਦੂਰ ਕਰਨ ਦੀ ਕੋਸ਼ਿਸ਼ ਕਰਦਾ। ਜਦੋਂ ਆਖਿਆ ਨਾਨੀ ਮਾਂ ਮੇਰੇ ਤੋਂ ਕਿਸੇ ਨੂੰ ਭੁੱਖਾ ਨਹੀਂ ਦੇਖਿਆ ਜਾਂਦਾ, ਤੇ ਨਾਨੀ ਮਾਂ ਦੇ ਹੱਥ ਜੁੜ ਗਏ। ਉਹਨੇ ਅਰਦਾਸ ਕੀਤੀ, ਤੇ ਜਿਹੜੀ ਮਾਂ ਹੁੰਦੀ ਹੈ ਨਾ, ਉਹਦੀ ਅਰਦਾਸ ਦੇ ਵਿੱਚ ਬੜੀ ਬਰਕਤ ਹੁੰਦੀ ਹੈ। ਇਹ ਕੁਦਰਤੀ ਤੌਰ 'ਤੇ ਮਾਂ ਪਿਓ ਹਮੇਸ਼ਾ ਆਪਣੇ ਬੱਚਿਆਂ ਵਾਸਤੇ ਅਰਦਾਸ ਕਰਦੇ ਨੇ। ਨਾਨੀ ਮਾਂ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਤੂੰ ਇਸ ਬੱਚੇ ਨੂੰ ਦਿਲ ਵੱਡਾ ਦਿੱਤਾ ਏ, ਕਿਰਪਾ ਕਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੰਨਾ ਵੱਡਾ ਤੂੰ ਇਹਨੂੰ ਦਿਲ ਦਿੱਤਾ ਏ, ਓਨਾ ਵੱਡਾ ਇਹਨੂੰ ਭੰਡਾਰਾ ਵੀ ਦਈ। ਨਾਨੀ ਮਾਂ ਦੀ ਅਰਦਾਸ ਪ੍ਰਵਾਨ ਹੋਈ। ਸਮਾਂ ਆਪਣੀ ਚਾਲ ਚੱਲਿਆ, ਤੇ ਅੱਜ ਵੇਖੋ ਸਭ ਤੋਂ ਵੱਡਾ ਭੰਡਾਰਾ ਗੁਰੂ ਰਾਮਦਾਸ ਮਹਾਰਾਜ ਦੇ ਦਰ ਦਾ। 24 ਘੰਟੇ ਗੁਰੂ ਕਾ ਲੰਗਰ ਚੱਲਦਾ ਹੈ। ਅਸੀਂ ਜਦੋਂ ਜਾਂਦੇ ਹਾਂ, ਤਨ ਦੀ ਖੁਰਾਕ ਮਨ ਦੀ ਖੁਰਾਕ ਦੋਵੇਂ ਖੁਰਾਕਾਂ ਸਾਨੂੰ ਸੰਪੂਰਨ ਪ੍ਰਾਪਤ ਹੁੰਦੀਆਂ ਹਨ। ਤੁਸੀਂ ਜਹਾਜ਼ 'ਤੇ ਚਲੇ ਜਾਓ, ਰੇਲ ਗੱਡੀ 'ਤੇ ਚਲੇ ਜਾਓ, ਕਾਰ 'ਤੇ ਚਲੇ ਜਾਓ, ਤੇ ਜਦੋਂ ਕੋਈ ਇਹ ਕਵੇ ਵੀ ਅੰਮ੍ਰਿਤਸਰ ਆ ਗਿਆ, ਤੇ ਉਸ ਵੇਲੇ ਤੁਹਾਡਾ ਸਿਰ ਝੁਕ ਜਾਂਦਾ ਹੈ, ਤੇ ਆਪ ਮਹਾਰੇ ਮੁਖ ਵਿੱਚੋਂ ਨਿਕਲਦਾ ਹੈ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਗੁਰੂ ਰਾਮਦਾਸ ਮਹਾਰਾਜ ਜੀ ਬਾਸਰਕੇ ਵਿਖੇ ਆਪਣੀ ਨਾਨੀ ਦੇ ਨਾਲ ਰਹਿ ਰਹੇ ਹਨ। ਗੁਰੂ ਅਮਰਦਾਸ ਮਹਾਰਾਜ ਜੀ ਉਸ ਵੇਲੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸ਼ਰਨ ਵਿੱਚ ਆ ਚੁੱਕੇ ਹਨ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਦੋਂ ਪਤਾ ਲੱਗਾ, ਉਹ ਬਾਸਰਕੇ ਗਏ, ਤੇ ਜਿੱਥੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਾਨੀ ਜੀ ਨੂੰ ਮਿਲੇ, ਉਹਨਾਂ ਨੇ 2 ਸ਼ਬਦ ਸਾਂਝੇ ਕੀਤੇ। ਉੱਥੇ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮਿਲਣਾ ਕੀਤਾ, ਜਿਨ੍ਹਾਂ ਦਾ ਨਾਂ ਸੀ ਭਾਈ ਜੇਠਾ ਜੀ। ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹੁਕਮ ਨਾਲ ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਨਗਰ ਵਸਾਉਣਾ ਆਰੰਭ ਕੀਤਾ, ਉਸ ਵੇਲੇ ਬਾਸਰਕੇ ਤੋਂ ਬਹੁਤ ਲੋਕ ਲਿਆ ਕੇ ਗੋਇੰਦਵਾਲ ਵਸਾਏ। ਇੱਥੇ ਜੋ ਗੋਇੰਦਵਾਲ ਨਗਰ ਹੈ, ਇਹਦਾ ਨਾਂ ਤਾਂ ਗੋਇੰਦਵਾਲ ਰੱਖਿਆ, ਇਹ ਗੋਂਦੇ ਮਰਵਾਹ ਦਾ ਜੋ ਜ਼ਮੀਨ ਸੀ, ਜੋ ਜਗ੍ਹਾ ਸੀ, ਇਹਦਾ ਭਰਾਵਾਂ ਦੇ ਨਾਲ ਝਗੜਾ ਚੱਲਦਾ ਸੀ। ਇਹ ਕੁਝ ਦੀਵਾਰ ਖੜੀ ਕਰਕੇ ਜਾਂਦਾ ਸੀ, ਤੇ ਉਹ ਰਾਤ ਨੂੰ ਆ ਕੇ ਢਾਹ ਜਾਂਦੇ ਸਨ। ਤੇ ਉਹਨਾਂ ਨੇ ਇਹ ਮਾਹੌਲ ਉੱਥੇ ਪੈਦਾ ਕਰ ਦਿੱਤਾ, ਬਣਾ ਦਿੱਤਾ ਕਿ ਇੱਥੇ ਭੂਤ ਵੱਸਦੇ ਹਨ, ਉਹ ਦੀਵਾਰਾਂ ਢਾਹ ਜਾਂਦੇ ਨੇ, ਉਹ ਕੋਈ ਵਾਸਾ ਨਹੀਂ ਕਰਨ ਦੇਣਗੇ। ਅਸਲ ਵਿੱਚ ਕੋਰਟ ਦੇ ਵਿੱਚ ਲਾਹੌਰ ਦਰਬਾਰ ਵਿੱਚ ਮੁਕੱਦਮਾ ਵੀ ਚੱਲਦਾ ਸੀ। ਉਹ ਮੁਕੱਦਮਾ ਮੁੜ ਕੇ ਉੱਥੋਂ ਬਦਲ ਕੇ ਦਿੱਲੀ ਦਰਬਾਰ ਵਿੱਚ ਆਇਆ,
ਤੇ ਗੋਇੰਦੇ ਮਰਵਾ ਨੇ ਗੁਰੂ ਨਾਨਕ ਦੇ ਘਰ ਵਿੱਚ ਸੁਖਣਾ ਸੁਖੀ ਕਿ ਜੇ ਮੈਂ ਇਹ ਕੇਸ ਜਿੱਤ ਜਾਵਾਂ ਤੇ ਮੈਂ ਅੱਧਾ ਹਿੱਸਾ ਗੁਰੂ ਨਾਨਕ ਦੇ ਦਰਬਾਰ ਵਿੱਚ ਭੇਟਾ ਕਰਾਂਗਾ। ਉਹ ਦਿੱਲੀ ਵਿੱਚੋਂ ਕੇਸ ਜਿੱਤ ਗਿਆ। ਉਹਨੇ ਫਿਰ ਅੱਧੀ ਜ਼ਮੀਨ ਗੁਰੂ ਘਰ ਨੂੰ ਦਿੱਤੀ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਿ ਜਾਓ ਤੁਸੀਂ ਜਾ ਕੇ ਨਗਰ ਵਸਾਓ। ਤੇ ਆਪ ਜੀ ਨੇ ਨਗਰ ਵਸਾਇਆ। ਆਪਣੇ ਪਿੰਡ ਤੋਂ ਬਹੁਤ ਲੋਕ ਲਿਆ ਕੇ ਵਸਾਏ। ਉਹਨਾਂ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਭਾਈ ਜੇਠਾ ਜੀ ਦੇ ਰੂਪ ਵਿੱਚ ਤੇ ਨਾਲ ਉਹਨਾਂ ਦੀ ਨਾਨੀ ਪਰਿਵਾਰ ਸਮੇਤ ਆ ਕੇ ਵਸ ਗਏ। ਸੇਵਾ ਗੁਰੂ ਘਰ ਵਿੱਚ ਕੀਤੀ ਹੈ ਤੇ ਨਾਲ ਆਪਣੀ ਉਪਜੀਵਕਾ ਉਹੀ ਜਾਰੀ ਰੱਖੀ ਹੈ। ਜੋ ਘੁੰਗਣੀਆਂ ਵੇਚਦੇ ਸਨ ਉਹ ਵੀ ਨਾਲ ਜਾਰੀ ਰੱਖਿਆ। ਸੇਵਾ ਗੁਰੂ ਘਰੋਂ ਕਰਨੀ ਤੇ ਆਪਣੀ ਮਿਹਨਤ ਕਰਕੇ ਰੋਜੀ ਰੋਟੀ ਕਮਾ ਕੇ ਰੋਟੀ ਖਾਣੀ। ਗੁਰੂ ਰਾਮਦਾਸ ਮਹਾਰਾਜ ਜੀ ਇੰਨੇ ਸਮਰਪਣ ਹੋ ਗਏ ਗੁਰੂ ਘਰ ਨੂੰ ਕਿ ਉਹਨਾਂ ਨੇ ਤਨ ਮਨੋਂ ਗੁਰੂ ਘਰ ਦੇ ਵਿੱਚ ਸੇਵਾ ਕੀਤੀ। ਉਧਰ ਗੁਰੂ ਰਾਮਦਾਸ ਮਹਾਰਾਜ ਜੀ ਜਵਾਨ ਹੋਏ। ਉਧਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਪੁੱਤਰੀ ਜੋ ਸਭ ਤੋਂ ਛੋਟੀ ਬੀਬੀ ਭਾਨੀ ਉਹ ਵੀ ਜਵਾਨ ਹੋ ਗਏ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਹਿਲ ਮਾਤਾ ਜੀ ਇੱਕ ਦਿਨ ਬਚਨ ਕਰ ਰਹੇ ਹਨ ਕਿ ਆਪਣੀ ਬੱਚੀ ਭਾਨੀ ਜਵਾਨ ਹੋ ਗਈ ਹੈ, ਇਹਦੇ ਵਾਸਤੇ ਕੋਈ ਵਰ ਲੱਭੀਏ। ਤੇ ਹੁਣ ਬੱਚੀ ਦੇ ਸੁਭਾਅ ਦਾ ਮਾਂ ਨੂੰ ਜ਼ਿਆਦਾ ਪਤਾ ਹੁੰਦਾ ਹੈ, ਪਿਤਾ ਨਾਲੋਂ ਬੱਚੀ ਦੇ ਸੁਭਾਅ ਦਾ ਮਾਂ ਨੂੰ ਜ਼ਿਆਦਾ ਪਤਾ ਹੁੰਦਾ ਹੈ। ਤੇ ਗੁਰੂ ਸਾਹਿਬ ਕਹਿਣ ਲੱਗੇ ਕਿ ਬੱਚੀ ਵਾਸਤੇ ਵਰ ਕਿਹੋ ਜਿਹਾ ਚਾਹੀਦਾ ਹੈ। ਤੇ ਓਨੀ ਦੇਰ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਸਾਹਮਣੇ ਆ ਗਏ ਤੇ ਮਾਤਾ ਜੀ ਨੇ ਕਹਿ ਦਿੱਤਾ ਇਹੋ ਜਿਹਾ ਵਰ ਚਾਹੀਦਾ ਜਿਹੋ ਜਿਹਾ ਉਹ ਜੇਠਾ ਜੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਅੰਤਰਜਾਮੀ ਪਾਤਸ਼ਾਹ ਕਹਿਣ ਲੱਗੇ ਭਲੀਏ ਲੋਕੇ ਇਹੋ ਜਿਹਾ ਹੋਰ ਕੋਈ ਨਹੀਂ ਹੈਗਾ, ਇਹੋ ਜਿਹਾ ਤੇ ਇਹੀ ਹੈ। ਗੁਰੂ ਸਾਹਿਬ ਨੇ ਆਪਣੀ ਬੱਚੀ ਦਾ ਰਿਸ਼ਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਜੋੜ ਦਿੱਤਾ। ਕੇਵਲ ਰਿਸ਼ਤਾ ਹੀ ਨਹੀਂ ਜੋੜਿਆ, ਵਿਆਹ ਆਨੰਦ ਕਾਰਜ ਵੀ ਕਰ ਦਿੱਤਾ। ਆਪ ਜੀ ਦੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਡੇ ਦਮਾਦ ਬੀਬੀ ਦਾਨੀ ਜੀ ਦੇ ਪਤੀ ਉਹ ਸਨ ਭਾਈ ਰਾਮਾ ਜੀ। ਉਹ ਵੀ ਗੁਰੂ ਕੋਲ ਹੀ ਰਹਿੰਦੇ ਸਨ। ਆਪ ਜੀ ਨੇ ਵੀ ਉੱਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ, ਸਾਰਾ ਦਿਨ ਸੇਵਾ ਕਰਨੀ। ਜਦੋਂ ਜਾਤ ਪਾਤ ਦੇ ਕੋੜ ਨੂੰ ਦੂਰ ਕਰਨ ਵਾਸਤੇ ਗੁਰੂ ਅਮਰਦਾਸ ਮਹਾਰਾਜ ਨੇ ਬੌਲੀ ਦੀ ਰਚਨਾ ਕੀਤੀ। ਗੁਰੂ ਰਾਮਦਾਸ ਮਹਾਰਾਜ ਨੇ ਆਪ ਸਿਰ 'ਤੇ ਟੋਕਰੀ ਢੋਈ। ਉਹਨਾਂ ਦਿਨਾਂ ਵਿੱਚ ਹੀ ਲਾਹੌਰ ਤੋਂ ਗੁਰੂ ਸਾਹਿਬ ਦੇ ਚਾਚੇ ਤਾਏ ਅਤੇ ਸ਼ਰੀਕੇ ਦੇ ਕੁਝ ਲੋਕ ਉਹ ਜਦੋਂ ਗੋਇੰਦਵਾਲ ਆਏ ਤੇ ਗੁਰੂ ਰਾਮਦਾਸ ਮਹਾਰਾਜ ਨੂੰ ਟੋਕਰੀ ਢੋਂਦੇ ਵੇਖਿਆ ਤੇ ਉਹਨਾਂ ਨੇ ਬੜੀਆਂ ਐਸੀਆਂ ਗੱਲਾਂ ਕੀਤੀਆਂ ਜਿਹੜੀਆਂ ਕਰਨਯੋਗ ਨਹੀਂ ਸਨ। ਕਹਿਣ ਲੱਗੇ ਤੂੰ ਸਾਡਾ ਨੱਕ ਕਟਾ ਕੇ ਰੱਖ ਦਿੱਤਾ। ਜੇ ਟੋਕਰੀ ਢੋਣੀ ਸੀ ਤੇ ਸਹੁਰਿਆਂ ਦੇ ਘਰ ਰਹਿ ਕੇ ਨਾ ਢੋਂਦਾ, ਆਪਣੇ ਪਿੰਡ ਆ ਕੇ ਢੋ ਲੈਂਦਾ। ਫਿਰ ਗੁਰੂ ਅਮਰਦਾਸ ਮਹਾਰਾਜ ਨੂੰ ਵੀ ਕਿਹਾ ਕਿ ਤੁਸੀਂ ਇਹ ਕੰਮ ਕਰਵਾ ਰਹੇ ਹੋ, ਚੰਗੀ ਗੱਲ ਨਹੀਂ। ਉਹ ਤਾਂ ਚਲੇ ਗਏ। ਆਪ ਜੀ ਨੇ ਗੁਰੂ ਅਮਰਦਾਸ ਮਹਾਰਾਜ ਦੇ ਚਰਨ ਪਕੜ ਲਏ, ਆਖਿਆ ਸੱਚੇ ਪਾਤਸ਼ਾਹ ਉਹ ਤੁਹਾਡੀ ਮਹਿਮਾ ਨਹੀਂ ਜਾਣਦੇ, ਤੁਸੀਂ ਉਹਨਾਂ ਦੀ ਕਹੀ ਸੁਣੀ ਮਨ 'ਤੇ ਨਾ ਲਿਆਉਣੀ। ਅਸਲ ਵਿੱਚ ਤੁਹਾਡੇ ਤੋਂ ਬਿਨਾਂ ਮੇਰਾ ਕੋਈ ਥਾਂ ਹੀ ਨਹੀਂ ਹੈ, ਤੁਹਾਡੇ ਤੋਂ ਬਿਨਾਂ ਮੇਰਾ ਕੋਈ ਥਾਂ ਨਹੀਂ ਹੈ। ਜਦੋਂ ਪਹਿਲੀ ਵਾਰੀ ਵਿਸਾਖੀ ਮਨਾਈ ਗਈ, ਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਵਿਸਾਖੀ ਦਾ ਪੁਰਬ ਮਨਾਇਆ ਕਿ ਸੰਗਤਾਂ ਇਕੱਤਰ ਹੋਣ, ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਹੋਵੇ। ਉਹਨਾਂ ਦਿਨਾਂ ਵਿੱਚ ਕਿੰਨੇ ਦਿਨ ਹੋ ਗਏ ਗੁਰੂ ਰਾਮਦਾਸ ਮਹਾਰਾਜ ਜੀ ਉਹ ਸੇਵਾ ਵਿੱਚ ਹੀ ਲੱਗੇ ਹੋਏ ਸਨ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੜਵਈ ਸਨ ਭਾਈ ਬੱਲੂ ਜੀ, ਜਿਹੜੇ ਹਮੇਸ਼ਾ ਗੁਰੂ ਅਮਰਦਾਸ ਮਹਾਰਾਜ ਦੀ ਹਜ਼ੂਰੀ ਵਿੱਚ ਰਹਿੰਦੇ ਸਨ। ਉਹਨਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ
ਕਿ ਰਾਮਦਾਸ ਜੀ ਨਜ਼ਰ ਨਹੀਂ ਆਏ, ਉਹ ਕਿੱਥੇ ਨੇ? ਤੇ ਭਾਈ ਬੱਲੂ ਜੀ ਨੇ ਦੱਸਿਆ ਉਹ ਤੇ ਸੇਵਾ ਵਿੱਚ ਲੱਗੇ ਹੋਏ ਨੇ। ਜੇ ਕਿਸੇ ਨੂੰ ਪ੍ਰਸ਼ਾਦੇ ਦੀ ਲੋੜ, ਉਹਨੂੰ ਪ੍ਰਸ਼ਾਦਾ ਛਕਾਉਂਦੇ ਨੇ। ਜੇ ਕਿਸੇ ਨੂੰ ਜਲ ਚਾਹੀਦਾ, ਜਲ ਲਿਆ ਕੇ ਛਕਾਉਂਦੇ ਨੇ। ਜੇ ਕੋਈ ਬਜ਼ੁਰਗ ਆਪਣੀਆਂ ਲੱਤਾਂ ਘੁੱਟਦਾ ਵੇਖਦੇ ਨੇ, ਉਹਦੇ ਕੋਲ ਜਾ ਕੇ ਕਹਿੰਦੇ ਬਾਪੂ ਜੀ ਲਿਆਓ, ਮੈਂ ਆਪ ਜੀ ਦੇ ਪੈਰ ਦਬਾਉਂਦਾ ਹਾਂ। ਜੇ ਕੋਈ ਗਰਮੀ ਮਹਿਸੂਸ ਕਰਦਾ ਹੈ, ਸੱਚੇ ਪਾਤਸ਼ਾਹ ਹੱਥ ਵਿੱਚ ਪੱਖਾ ਲੈ ਕੇ ਉਹਨੂੰ ਝੱਲਦੇ ਨੇ। ਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਸੁਣਿਆ, ਕਹਿਣ ਲੱਗੇ ਜਿਹੜਾ ਸਾਡੀ ਸੰਗਤ ਦੀ ਸੇਵਾ ਕਰੇਗਾ ਅਸੀਂ ਉਹਦੇ ਕੋਲੋਂ ਕੁਝ ਵੀ ਲੁਕਾ ਕੇ ਨਹੀਂ ਰੱਖਾਂਗੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਧਰ ਜਦੋਂ ਗੋਇੰਦੇ ਮਰਵਾਹ ਦੇ ਪੁੱਤਰ ਜਿਹੜੇ ਸਨ, ਉਹਨਾਂ ਨੇ ਲਾਹੌਰ ਦਰਬਾਰ ਦੇ ਵਿੱਚ ਸ਼ਿਕਾਇਤ ਕੀਤੀ ਤੇ ਗੁਰੂ ਰਾਮਦਾਸ ਮਹਾਰਾਜ ਨੂੰ ਭੇਜਿਆ ਸੀ। ਜੋਗ ਜਾਣ ਕੇ ਗੁਰੂ ਅਮਰਦਾਸ ਮਹਾਰਾਜ ਨੇ ਹਰ ਇੱਕ ਪ੍ਰਸ਼ਨ ਦਾ ਉੱਤਰ ਐਸੀਆਂ ਦਲੀਲਾਂ ਨਾਲ ਦਿੱਤਿਆ ਕਿ ਉਸ ਵੇਲੇ ਜਿਹੜੇ ਸ਼ਿਕਾਇਤ ਕਰਤਾ ਸਨ ਉਹਨਾਂ ਦੀ ਬੇਇੱਜ਼ਤੀ ਹੋਈ। ਉਹ ਮੂੰਹ ਕਾਲਾ ਕਰਵਾ ਕੇ ਘਰ ਵਾਪਸ ਆਏ। ਤੇ ਜਦੋਂ ਵਾਪਸ ਆਏ ਤੇ ਸੰਗਤ ਨੇ ਵੀ ਮੂੰਹ ਨਾ ਲਾਇਆ ਕਿ ਗੁਰੂ ਘਰ ਦੇ ਵਿਰੁੱਧ ਤੁਸੀਂ ਸ਼ਿਕਾਇਤਾਂ ਕਰਦੇ ਹੋ। ਗੁਰੂ ਰਾਮਦਾਸ ਮਹਾਰਾਜ ਜੀ ਜੇ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਤੀਰਥਾਂ 'ਤੇ ਗਏ ਤੇ ਉੱਥੇ ਵੀ ਉਹਨਾਂ ਆਖਿਆ ਕਿ ਤੀਰਥਾਂ 'ਤੇ ਕੋਈ ਪੂਜਾ ਕਰਨ ਨਹੀਂ ਗਏ। ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਕ ਉਦਰਨ ਅਰਥਾ। ਲੋਕਾਂ ਨੂੰ ਉਧਾਰਨ ਵਾਸਤੇ ਗੁਰੂ ਅਮਰਦਾਸ ਮਹਾਰਾਜ ਦੀ ਤੀਰਥਾਂ 'ਤੇ ਗਏ। ਜਿਹੜੇ ਤੀਰਥਾਂ ਦੇ ਉੱਤੇ ਟੈਕਸ ਲਾਏ ਹੋਏ ਸਨ ਉਹਨਾਂ ਨੂੰ ਮਾਫ ਕਰਾਉਣ ਵਾਸਤੇ ਗਏ ਸਨ ਤੇ ਗੁਰੂ ਨੇ ਮਾਫ ਕਰਾਏ। ਗੁਰੂ ਅਮਰਦਾਸ ਮਹਾਰਾਜ ਨੇ ਸਤੀ ਪ੍ਰਥਾ ਨੂੰ ਬੰਦ ਕਰਵਾਇਆ। ਆਖਿਆ ਜੇ ਸਾਡੇ ਦਰਬਾਰ ਵਿੱਚ ਕਿਸੇ ਆਉਣਾ ਹੈ ਤੇ ਉਹ ਪਰਦਾ ਕਰਕੇ ਨਾ ਆਵੇ। ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਅਮਰਦਾਸ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕੇ ਇਹ ਗੁਰਮਤਿ ਨੂੰ ਦ੍ਰਿੜ ਕਰ ਰਹੇ ਸਨ। ਇੱਕ ਸਮਾਂ ਆਇਆ ਏ ਕਿ ਗੁਰੂ ਅਮਰਦਾਸ ਮਹਾਰਾਜ ਨੇ ਹੁਣ ਪ੍ਰੀਖਿਆ ਲਈ ਹੈ ਕਿ ਕਿਹੜਾ ਪ੍ਰੀਖਿਆ ਵਿੱਚ ਪਾਸ ਹੁੰਦਾ ਹੈ ਉਹਨੂੰ ਅਸੀਂ ਗੁਰਤਾ ਗੱਦੀ ਦੇਵਾਂਗੇ। ਉਸ ਤੋਂ ਪਹਿਲਾਂ ਤੁੰਗ ਆਦਿ ਪਿੰਡ ਦੇ ਲਾਗੇ ਜਿਹੜੀ ਜ਼ਮੀਨ ਸੀ ਉਹ ਗੁਰੂ ਅਮਰਦਾਸ ਮਹਾਰਾਜ ਨੇ ਖਰੀਦੀ ਤੇ ਉੱਥੇ ਮੋੜੀ ਗੱਡੀ। ਇੱਕ ਸਮਾਂ ਆਇਆ ਬਾਬਾ ਬੁੱਢਾ ਸਾਹਿਬ ਜੀ ਦੀ ਅਗਵਾਈ ਵਿੱਚ ਗੁਰੂ ਰਾਮਦਾਸ ਮਹਾਰਾਜ ਨੂੰ ਭੇਜਿਆ। ਆਖਿਆ ਜਾਓ ਇੱਕ ਸਰੋਵਰ ਖੁਦਵਾਓ। ਸਭ ਤੋਂ ਪਹਿਲਾਂ ਜਿਹੜਾ ਸਰੋਵਰ ਖੁਦਵਾਇਆ ਗਿਆ, ਉਦੋਂ ਗੁਰੂ ਰਾਮਦਾਸ ਮਹਾਰਾਜ ਵੀ ਸਿੱਖਾਂ ਵਿੱਚ ਹੀ ਸਨ, ਭਾਵੇਂ ਗੁਰੂ ਘਰ ਦੇ ਦਮਾਦ ਸਨ, ਪਰ ਕਦੇ ਉਹਨਾਂ ਇਹ ਜਤਾਇਆ ਨਹੀਂ। ਆਪਣੇ ਆਪ ਨੂੰ ਸਿੱਖ ਹੀ ਸਮਝਦੇ ਸਨ। ਪਰ ਉਸ ਵੇਲੇ ਸਿੱਖਾਂ ਵਿੱਚੋਂ ਜਿਹੜੇ ਸ਼੍ਰੋਮਣੀ ਸਨ ਉਹ ਬਾਬਾ ਬੁੱਢਾ ਸਾਹਿਬ ਜੀ ਸਨ। ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਇਹਨਾਂ ਨੂੰ ਭੇਜਿਆ ਸੀ ਤੇ ਜਿਹੜਾ ਸਰੋਵਰ ਖੁਦਵਾਇਆ ਉਹਦਾ ਨਾਂ ਸੰਤੋਖ ਸਰ ਰੱਖਿਆ। ਤੇ ਗੁਰੂ ਰਾਮਦਾਸ ਮਹਾਰਾਜ ਨੇ ਆਪ ਅਰਦਾਸ ਕਰਕੇ ਪਹਿਲਾ ਟੱਕ ਜਿਹੜਾ ਉਹ ਆਪਣੇ ਹੱਥੀਂ ਲਾਇਆ ਸੀ। ਫਿਰ ਵਿੱਚੇ ਛੱਡ ਕੇ ਤੇ ਗੁਰੂ ਅਮਰਦਾਸ ਮਹਾਰਾਜ ਨੂੰ ਮਿਲਣ ਆ ਗਏ ਗੋਇੰਦਵਾਲ। ਤੇ ਗੁਰੂ ਅਮਰਦਾਸ ਮਹਾਰਾਜ ਨੇ ਕੁਝ ਦਿਨਾਂ ਬਾਅਦ ਹੁਕਮ ਕੀਤਾ ਕਿ ਉਸ ਸਰੋਵਰ ਨੂੰ ਅਜੇ ਉੱਦਾਂ ਹੀ ਰਹਿਣ ਦਿਓ। ਇੱਕ ਨਵਾਂ ਸਰੋਵਰ ਖੋਦਣਾ ਹੈ ਜਿਹਦਾ ਨਾਂ ਰੱਖਣਾ ਹੈ ਅੰਮ੍ਰਿਤਸਰ। ਫਿਰ ਗੁਰੂ ਰਾਮਦਾਸ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਆਏ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੀ ਜਗ੍ਹਾ ਦੱਸੀ ਉੱਥੇ ਫਿਰ ਅਰਦਾਸ ਕਰਕੇ ਗੁਰੂ ਰਾਮਦਾਸ ਮਹਾਰਾਜ ਨੇ ਪਹਿਲਾ ਟੱਕ ਆਪਣੀ ਹੱਥੀਂ ਲਾਇਆ। ਕੁਝ ਸਮੇਂ ਬਾਅਦ ਗੁਰੂ ਅਮਰਦਾਸ ਮਹਾਰਾਜ ਨੇ ਬੁਲਾਇਆ ਕਿਉਂਕਿ ਉਹਨਾਂ ਦਾ ਅੰਤਮ ਸਮਾਂ ਨੇੜੇ ਆ ਰਿਹਾ ਹੈ। ਉਹਨਾਂ ਨੇ ਫਿਰ ਪ੍ਰੀਖਿਆ ਲਈ ਹੈ। ਬਾਬਾ ਮੋਹਨ ਜੀ ਤਾਂ ਉਹ ਮਸਤ ਸੁਭਾਅ ਵਿੱਚ ਰਹਿੰਦੇ ਸਨ, ਸਮਾਧੀ ਲੀਨ ਰਹਿੰਦੇ ਸਨ। ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ, ਫਿਰ ਵੱਡੇ ਦਮਾਦ ਵੱਡੇ ਜਵਾਈ
ਭਾਈ ਰਾਮਾ ਜੀ ਤੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਇਹਨਾਂ ਤਿੰਨਾਂ ਨੂੰ ਕਿਹਾ ਸੀ ਤੁਸੀਂ ਥੜੇ ਬਣਾਓ। ਤੇ ਬਾਬਾ ਮੋਹਰੇ ਜੀ ਸੋਚਣ ਲੱਗੇ ਵੀ ਥੜਾ ਤੇ ਇੱਕ ਹੀ ਚਾਹੀਦਾ ਹੈ, ਪਿਤਾ ਜੀ ਦੇ ਬੈਠਣ ਵਾਸਤੇ ਐਨੇ ਥੜੇ ਬਣਾਉਣ ਦੀ ਕੀ ਲੋੜ ਹੈ। ਉਹ ਥੜੇ ਬਣਾਉਣ ਵਾਲੀ ਸੇਵਾ ਵਿੱਚ ਉਹਨਾਂ ਹਿੱਸਾ ਹੀ ਨਹੀਂ ਲਿਆ। ਥੜੇ ਬਣਾਉਣ ਲੱਗੇ ਨੇ ਦੋਵੇਂ ਦਮਾਦ, ਦੋਵੇਂ ਜਵਾਈ ਗੁਰੂ ਘਰ ਦੇ। ਜਦੋਂ ਥੜੇ ਬਣੇ ਨੇ ਤੇ ਆਪ ਆ ਕੇ ਵੇਖੇ ਤੇ ਕਹਿਣ ਲੱਗੇ ਠੀਕ ਨਹੀਂ ਬਣੇ, ਇਹਨਾਂ ਨੂੰ ਢਾਹ ਦਿਓ, ਦੁਬਾਰਾ ਬਣਾਓ। ਜਦੋਂ ਆਪ ਜੀ ਆ ਕੇ ਵੇਖਦੇ ਨੇ ਥੜੇ ਢਹਾ ਦਿੰਦੇ ਨੇ, ਫਿਰ ਕਹਿੰਦੇ ਦੁਬਾਰਾ ਬਣਾਓ। ਇੱਕ ਸਮਾਂ ਆਇਆ, ਆਪ ਜੀ ਦੇ ਵੱਡੇ ਦਮਾਦ ਬੀਬੀ ਦਾਨੀ ਜੀ ਦੇ ਪਤੀ ਭਾਈ ਰਾਮਾ ਜੀ, ਉਹ ਕਹਿਣ ਲੱਗੇ ਤੁਹਾਡੀ ਉਮਰ 70-72 ਹੋ ਗਈ ਹੈ, ਤੁਹਾਨੂੰ ਆਪ ਨੂੰ ਹੀ ਪਤਾ ਨਹੀਂ ਲੱਗਦਾ, ਤੁਹਾਡੀ ਯਾਦਾਸ਼ਤ ਕਾਇਮ ਨਹੀਂ ਹੈ, ਕੀ ਕਹਿੰਦੇ ਹੋ ਆਪ ਹੀ ਭੁੱਲ ਜਾਂਦੇ ਹੋ। ਜਿੱਦਾਂ ਤੁਸੀਂ ਕਹਿੰਦੇ ਉੱਦਾਂ ਅਸੀਂ ਬਣਾਉਣੇ ਆ, ਤੇ ਜੇ ਹੁਣ ਤੁਸੀਂ ਢਹਾਉਣਾ ਹੈ ਤੇ ਮੈਂ ਹੋਰ ਨਹੀਂ ਬਣਾਉਣਾ। ਉਹ ਪਾਸੇ ਹੋ ਗਏ। ਜਿੱਥੇ ਗੁਰੂ ਰਾਮਦਾਸ ਮਹਾਰਾਜ ਨੇ ਥੜਾ ਬਣਾਇਆ ਸੀ, ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਆਏ, ਕਹਿਣ ਲੱਗੇ ਇਹ ਠੀਕ ਨਹੀਂ ਬਣਿਆ। ਕਹਿਣ ਲੱਗੇ ਗੁਰੂ ਪਿਤਾ ਜੀ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜ੍ਹੀ ਰਾਮ, ਮੇਰੀ ਮਤ ਬੜੀ ਛੋਟੀ ਹੈ, ਜੋ ਤੁਸੀਂ ਕਹਿੰਦੇ ਹੋ ਨਾ ਮੇਰੀ ਸਮਝ ਵਿੱਚ ਨਹੀਂ ਪੈਂਦਾ। ਚਰਨਾਂ 'ਤੇ ਡਿੱਗ ਪਏ, ਕਹਿੰਦੇ ਆਪ ਕਿਰਪਾ ਕਰਕੇ ਮੇਰੇ ਤੋਂ ਬਣਵਾ ਲਓ, ਜਿੱਦਾਂ ਦਾ ਤੁਸੀਂ ਬਣਵਾਉਣਾ ਚਾਹੁੰਦੇ ਹੋ ਨਾ ਉੱਦਾਂ ਦਾ ਮੇਰੇ ਤੋਂ ਬਣਦਾ ਨਹੀਂ, ਜਾਂ ਕਿਰਪਾ ਕਰੋ ਫਿਰ ਆਪ ਮਤ ਬਖਸ਼ ਦਿਓ ਕਿ ਜਿਹੋ ਜਿਹਾ ਤੁਸੀਂ ਬਣਵਾਉਣਾ ਚਾਹੁੰਦੇ ਉਹੋ ਜਿਹਾ ਬਣ ਜਾਵੇ। ਛਾਤੀ ਨਾਲ ਲਾ ਲਿਆ, ਆਖਿਆ ਤੁਹਾਡੀ ਸੇਵਾ ਪ੍ਰਵਾਨ ਹੋ ਗਈ। ਉਸ ਵੇਲੇ ਬਾਬਾ ਬੁੱਢਾ ਜੀ ਵੀ ਸਨ, ਵੱਡੇ ਦਮਾਦ ਵੀ ਸਨ, ਬਾਬਾ ਮੋਹਰੀ ਜੀ ਵੀ ਸਨ, ਫਿਰ ਹੋਰ ਗੁਰਸਿੱਖ ਪਿਆਰੇ ਉਹ ਵੀ ਸਨ। ਪਰ ਗੁਰੂ ਅਮਰਦਾਸ ਮਹਾਰਾਜ ਨੇ ਆਪ ਜੀ ਨੂੰ ਯੋਗ ਜਾਣ ਕੇ ਗੁਰਤਾ ਗੱਦੀ ਬਖਸ਼ੀ ਹੈ। ਗੁਰਤਾ ਗੱਦੀ ਬਖਸ਼ੀ, ਚੰਦਨ ਦੀ ਚੌਂਕੀ 'ਤੇ ਬਿਠਾ ਕੇ ਬਾਬਾ ਬੁੱਢਾ ਸਾਹਿਬ ਜੀ ਤੋਂ ਗੁਰਿਆਈ ਦਾ ਤਿਲਕ ਦਵਾਇਆ ਸੀਗਾ। ਜਦੋਂ ਅਸੀਂ ਬਾਬਾ ਬੁੱਢਾ ਸਾਹਿਬ ਜੀ ਬਾਰੇ ਪੜ੍ਹਦੇ ਹਾਂ, ਕੱਥੂ ਨੰਗਲ ਵਿਖੇ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੋਇਆ। ਭਾਈ ਸੁੱਗੇ ਦੇ ਘਰ ਮਾਤਾ ਗੌਰਾਂ ਦੀ ਕੁੱਖੋਂ 125 ਸਾਲ ਦੀ ਉਮਰ ਹੋਈ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਜਦੋਂ ਵੀ ਗੁਰੂ ਗੱਦੀ ਉੱਤੇ ਬਿਰਾਜਦੇ, ਹੱਥੀਂ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਿ ਦਿੱਤਾ ਸੀ ਕਿ ਬੁੱਢਿਆ ਤੇਰੇ ਤੋਂ ਓਲੇ ਕਦੇ ਨਾ ਹੋਸਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕੇ ਅਥਾਹ ਸੇਵਾ ਕਮਾਈ। ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਮਿਲਾਪ ਹੋਇਆ ਉਦੋਂ ਦੁੱਧ ਲੈ ਕੇ ਹਾਜ਼ਰ ਹੋਏ, ਕਹਿਣ ਲੱਗੇ ਸੱਚੇ ਪਾਤਸ਼ਾਹ ਮੈਨੂੰ ਮੌਤ ਤੋਂ ਬੜਾ ਡਰ ਲੱਗਦਾ, ਬਚਾ ਲੈ। ਮੌਤ ਦਾ ਕੀ ਪਤਾ ਜਵਾਨੀ ਵਿੱਚ ਆਵੇ ਜਾਂ ਹੁਣੇ ਬਚਪਨ ਵਿੱਚ ਆ ਜਾਏ, ਮੈਨੂੰ ਮੌਤ ਤੋਂ ਡਰ ਲੱਗਦਾ, ਇਹਨੂੰ ਦੂਰ ਕਰੋ, ਮੈਨੂੰ ਬਚਾ ਲਓ। ਕਹਿਣ ਲੱਗੇ ਉਮਰ ਤੇਰੀ ਨਿੱਕੀ ਜਿਹੀ, ਗੱਲਾਂ ਬੜੀਆਂ ਸਿਆਣੀਆਂ ਕਰਦਾ। ਜਦੋਂ ਪੁੱਛਿਆ ਕਿ ਸੋਚ ਤੇਰੇ ਅੰਦਰ ਕਿਸ ਤਰ੍ਹਾਂ ਆਈ, ਕਹਿੰਦੇ ਸਾਡੇ ਖੇਤਾਂ ਵਿੱਚੋਂ ਮੁਗਲ ਲੰਘੇ ਸਨ, ਉਹਨਾਂ ਦੇ ਘੋੜੇ ਘੋੜੀਆਂ, ਅਤੇ ਸਭ ਤੋਂ ਪਹਿਲਾਂ ਉਹਨਾਂ ਜਿਹੜੀ ਛੋਟੀ ਖੇਤੀ ਸੀ ਉਹ ਖਾਧੀ, ਅਤੇ ਮੇਰੇ ਮਨ ਵਿੱਚ ਵਿਚਾਰ ਆਈ ਕਿ ਕੀ ਪਤਾ ਮੌਤ ਵੀ ਇਸੇ ਤਰ੍ਹਾਂ ਛੋਟੀ ਉਮਰ ਵਿੱਚ ਹੀ ਆ ਕੇ ਲੈ ਜਾਵੇ। ਗੁਰੂ ਸਾਹਿਬ ਕਹਿਣ ਲੱਗੇ ਤੇਰੀਆਂ ਗੱਲਾਂ ਤੇ ਬੁੱਢਿਆਂ ਵਾਲੀਆਂ, ਭਾਵ ਸਿਆਣਿਆਂ ਵਾਲੀਆਂ ਏ, ਤੂੰ ਤੇ ਸਾਡਾ ਬਾਬਾ ਬੁੱਢਾ ਹਾਂ, ਭਾਵੇਂ ਮਾਪਿਆਂ ਨੇ ਨਾ ਬੂੜਾ ਰੱਖਿਆ ਤੇ ਨਾ ਗੁਰੂ ਦੇ ਬਚਨਾਂ ਅਨੁਸਾਰ ਬਾਬਾ ਬੁੱਢਾ ਪੈ ਗਿਆ। ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਹੱਥੀਂ ਗੁਰਤਾ ਗੱਦੀ ਦਾ ਤਿਲਕ ਦਿੱਤਾ। ਜਦੋਂ ਆਪ ਬੀਬੀ ਵਰਾਈ ਦੇ ਘਰ ਜਾ ਕੇ ਲੁਕ ਕੇ ਬੈਠ ਗਏ ਸਨ, ਸੰਗਤ ਆਈ, ਕਹਿਣ ਲੱਗੇ ਕਿ ਦੱਸੋ ਗੁਰੂ ਕਿੱਥੇ ਹੈ, ਤੁਹਾਡੇ ਤੋਂ ਕਦੇ ਗੁਰੂ ਓਹਲੇ ਨਹੀਂ ਹੋਏਗਾ। ਅਤੇ ਆਪ ਜੀ ਉੱਥੇ ਲੈ ਗਏ ਸੰਗਤ ਨੂੰ ਅਤੇ ਆਖਿਆ ਹੁਣ ਇੱਥੇ ਕੀਰਤਨ ਕਰੋ ਅਤੇ ਗੁਰੂ ਸਾਹਿਬ ਜੀ ਆਪੇ ਬਾਹਰ ਆ ਜਾਣਗੇ।
ਜਦੋਂ ਕੀਰਤਨ ਕੀਤਾ, ਗੁਰੂ ਸਾਹਿਬ ਜੀ ਨੇ ਆ ਕੇ ਸੰਗਤ ਨੂੰ ਦਰਸ਼ਨ ਕੀਤੇ। ਜਦੋਂ ਗੁਰੂ ਅਮਰਦਾਸ ਮਹਾਰਾਜ ਨੂੰ ਭਾਈ ਦਾਤੂ ਜੀ ਨੇ ਲੱਤ ਮਾਰੀ ਸਿੰਘਾਸਨ 'ਤੇ ਬੈਠਿਆਂ, ਆਪ ਜੀ ਉੱਥੋਂ ਬਾਸਰ ਕੇ ਨਗਰ ਵਿੱਚ ਆ ਗਏ, ਜਿੱਥੇ ਗੁਰਦੁਆਰਾ ਸੰਨ ਸਾਹਿਬ ਹੈ। ਉੱਥੇ ਇੱਕ ਛੋਟਾ ਜਿਹਾ ਕਮਰਾ ਹੈ, ਉਹਦਾ ਦਰਵਾਜ਼ਾ ਬੰਦ ਕਰਾ ਕੇ ਉੱਥੇ ਤਖਤੀ ਲਿਖ ਕੇ ਲਾ ਕੇ ਵੀ ਜਿਹੜਾ ਦਰਵਾਜ਼ਾ ਖੋਲ੍ਹੇਗਾ ਸਾਡਾ ਸਿੱਖ ਨਹੀਂ ਹੋਏਗਾ, ਉਹਦੇ ਅੰਦਰ ਬੈਠ ਗਏ ਸਨ। ਇੱਧਰ ਸੰਗਤਾਂ ਬੇਬਲ ਹੋ ਗਈਆਂ। ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ, ਗੁਰੂ ਕਿੱਥੇ ਹੈ? ਕਹਿੰਦੇ ਗੁਰੂ ਸਾਹਿਬ ਜੀ ਦੀ ਘੋੜੀ, ਇਹਨੂੰ ਖੋਲ੍ਹ ਦਿਓ, ਇਹ ਸਾਨੂੰ ਗੁਰੂ ਤੱਕ ਲੈ ਕੇ ਜਾਏਗੀ। ਬਾਸਰ ਕੇ ਪਹੁੰਚ ਕੇ ਪਿੱਛੇ ਕੰਧ ਦੇ ਵਿੱਚ ਪਾੜ ਪਾਇਆ, ਉਹ ਅੱਜ ਵੀ ਨਿਸ਼ਾਨੀ ਵਜੋਂ ਉਸ ਤਰ੍ਹਾਂ ਹੀ ਬਣਾਇਆ ਗਿਆ ਹੈ। ਕੰਧ ਵਿੱਚ ਪਾੜ ਪਾਇਆ ਤੇ ਅੰਦਰ ਦਾਖਲ ਹੋ ਗਏ, ਜਿੱਦਾਂ ਚੋਰ ਸੰਨ ਲਾ ਕੇ ਘਰਾਂ ਦੇ ਵਿੱਚ ਦਾਖਲ ਹੁੰਦੇ ਸਨ। ਇਸ ਵਾਸਤੇ ਸੰਨ ਸਾਹਿਬ ਗੁਰਦੁਆਰੇ ਦਾ ਨਾਂ ਰੱਖਿਆ। ਜਦੋਂ ਜਾ ਕੇ ਗੁਰੂ ਦੇ ਪੈਰ ਦੇ ਅੰਗੂਠੇ ਨੂੰ ਫੜ ਕੇ ਲਾਇਆ ਨਾ, ਤੇ ਗੁਰੂ ਨੇ ਨੇਤਰ ਖੋਲ੍ਹੇ, ਗੁਰੂ ਕੁਝ ਬੋਲੇ। ਉਸ ਤੋਂ ਪਹਿਲਾਂ ਹੀ ਹੱਥ ਜੋੜ ਕੇ ਬੋਲ ਪਏ ਬਾਬਾ ਬੁੱਢਾ ਜੀ। ਕਹਿਣ ਲੱਗੇ, ਸਤਿਗੁਰੂ ਤੁਹਾਡਾ ਹੁਕਮ ਨਹੀਂ ਤੋੜਿਆ, ਦਰਵਾਜ਼ਾ ਬੰਦ ਜੇ, ਮੈਂ ਤਾਂ ਪਿੱਛੇ ਕੰਧ ਦੇ ਵਿੱਚ ਪਾੜ ਪਾ ਕੇ ਅੰਦਰ ਆਇਆ। ਉਸ ਵੇਲੇ ਬਚਨ ਕਿਹਾ ਸੀ ਕਿ ਤੁਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਹੋ। ਬਾਬਾ ਬੁੱਢਾ ਸਾਹਿਬ ਜੀ ਦੀ ਇਸ ਨੇਕ ਨੀਤੀ, ਇਸ ਉਦਮ ਦਾ ਸਦਕਾ ਗੁਰੂ ਅਮਰਦਾਸ ਮਹਾਰਾਜ ਜੀ ਬਾਹਰ ਆ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ। ਚੌਥੇ ਪਾਤਸ਼ਾਹ ਨੂੰ ਆਪ ਨੇ ਗੁਰਤਾ ਗੱਦੀ ਦਾ ਤਿਲਕ ਲਾਇਆ। ਚੌਥੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਗੁਰੂ ਸਾਹਿਬ ਜੀ ਆਪ ਨਾਲ ਸੇਵਾ ਨਿਭਾਉਂਦੇ ਰਹੇ। ਜਦੋਂ ਅੰਮ੍ਰਿਤਸਰ ਦੀ ਖੁਦਵਾਈ, ਸੰਤੋਖਸਰ ਦੀ ਖੁਦਵਾਈ ਹੋਈ, ਤੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਸਨ, ਭਾਵੇਂ ਉਦੋਂ ਦੋਵੇਂ ਸੇਵਕ ਰੂਪ ਸਨ। ਗੁਰੂ ਅਮਰਦਾਸ ਮਹਾਰਾਜ ਨੇ ਆਪ ਜੀ ਨੂੰ ਗੁਰਤਾ ਗੱਦੀ ਬਖਸ਼ੀ। ਜਦੋਂ ਅਸੀਂ ਸਵਈਏ ਪੜ੍ਹਦੇ ਹਾਂ ਤੇ ਉੱਥੇ ਜ਼ਿਕਰ ਆਉਂਦਾ, ਸਭ ਬਿਦ ਮਾਨਿਓ ਮਨ, ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਜਦੋਂ ਹਰ ਪੱਖੋਂ ਗੁਰੂ ਜੀ ਪ੍ਰਸੰਨ ਹੋ ਗਏ, ਤੁਰਠ ਗਏ ਗੁਰੂ ਰਾਮਦਾਸ ਮਹਾਰਾਜ ਜੀ ਦੇ ਉੱਤੇ, ਤੇ ਉਹਨਾਂ ਫਿਰ ਇਹ ਗੁਰਤਾ ਗੱਦੀ ਗੁਰੂ ਰਾਮਦਾਸ ਮਹਾਰਾਜ ਨੂੰ ਬਖਸ਼ੀ। ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਿਰਾਜੇ ਹਨ। ਆਪ ਜੀ ਨੇ ਇਹ ਨਵਾਂ ਨਗਰ ਵਸਾਇਆ, ਜਿੱਥੇ ਸਰੋਵਰ ਦੀ ਖੁਦਵਾਈ, ਉੱਥੇ ਨਵਾਂ ਨਗਰ। ਤੇ ਉਸ ਵੇਲੇ 52 ਪ੍ਰਕਾਰ ਦੇ ਕੰਮ ਕਰਨ ਵਾਲੇ ਲੋਕ ਲਿਆ ਕੇ ਉੱਥੇ ਵਸਾਏ ਸਨ। ਉਹ 52 ਪ੍ਰਕਾਰ ਦੇ 52 ਕਿੱਤੇ ਕਰਨ ਵਾਲੇ, ਤੇ ਜਿੱਥੇ ਉਹ ਲੋਕ ਵਸੇ ਉਸ ਜਗ੍ਹਾ ਦਾ ਨਾਂ ਹੀ ਕਿੱਤੇ ਪੈ ਗਿਆ, ਵੱਖ-ਵੱਖ ਨਾਂ 'ਤੇ। ਅੱਜ ਵੀ ਜਦੋਂ ਤੁਸੀਂ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦਾ ਉਹ ਪਾਵਨ ਸਥਾਨ, ਉੱਥੋਂ ਜਦੋਂ ਤੁਸੀਂ ਬੱਸ ਅੱਡੇ ਵੱਲ ਨੂੰ ਚੱਲੋਗੇ ਤੇ ਸੱਜੇ ਹੱਥ ਜਿਹੜੀ ਜਗ੍ਹਾ ਆਉਂਦੀ ਹੈ, ਅੱਜ ਵੀ ਕਿੱਤੇ ਹੀ ਵੱਜਦੇ ਹਨ ਉੱਥੇ 52 ਪ੍ਰਕਾਰ ਦੇ, ਕਿਉਂਕਿ ਨਗਰ ਵਸ ਰਿਹਾ ਏ। ਤੇ ਹੁਣ ਉੱਥੇ ਹਰ ਪ੍ਰਕਾਰ ਦਾ ਕੰਮ ਕਰਨ ਵਾਲਾ ਵਿਅਕਤੀ ਚਾਹੀਦਾ। ਉਹਨਾਂ ਨੂੰ ਰਿਹਾਇਸ਼ਾਂ ਬਣਾ ਕੇ ਦਿੱਤੀਆਂ, ਉਹਨਾਂ ਨੂੰ ਰੋਜ਼ੀ ਦਿੱਤੇ ਗੁਰੂ ਰਾਮਦਾਸ ਮਹਾਰਾਜ ਨੇ। ਇਹ ਐਸਾ ਨਗਰ ਵਸਾਇਆ ਗੁਰੂ ਰਾਮਦਾਸ ਮਹਾਰਾਜ ਨੇ, ਤੁਸੀਂ ਹੈਰਾਨ ਹੋਗੇ ਕਿ 150 ਸਾਲ ਹੋ ਗਿਆ ਸੀ ਨਗਰ ਵਸੇ ਨੂੰ। ਗੁਰੂ ਸਾਹਿਬ ਜੀ ਨੇ ਨਗਰ ਵਸਾਇਆ ਤੇ 150 ਸਾਲ ਹੋ ਗਿਆ ਸੀ ਜਦੋਂ ਪਹਿਲੀ ਵਾਰ ਠਾਣਾ ਬਣਿਆ। ਕਿੰਨਾ ਅਸਰ ਰਸੂਖ ਹੋਏਗਾ, ਲੋੜ ਹੀ ਨਹੀਂ ਪਈ। ਐਸਾ ਗੁਰੂ ਸਾਹਿਬ ਜੀ ਨੇ, ਕਿਉਂਕਿ ਪਹਿਲੇ ਪਾਤਸ਼ਾਹ ਨੇ ਇੱਥੇ ਚਰਨ ਪਾਏ ਆਪਣੇ ਸਮੇਂ ਦੇ ਵਿੱਚ, ਦੂਜੇ ਪਾਤਸ਼ਾਹ ਨੇ, ਤੀਸਰੇ ਪਾਤਸ਼ਾਹ ਜਦੋਂ ਜ਼ਮੀਨ ਖਰੀਦੀ ਹੈ ਵੇਖ ਕੇ, ਚੌਥੇ ਪਾਤਸ਼ਾਹ ਨੇ ਤੇ ਆਪ ਖੁਦਵਾਈ ਕਰਵਾਈ, ਪਹਿਲਾ ਟੱਕ ਲਾਇਆ। ਪੰਜਵੇਂ ਪਾਤਸ਼ਾਹ ਨੇ ਇੱਥੇ ਸ੍ਰੀ ਦਰਬਾਰ ਸਾਹਿਬ ਦੀ ਰਚਨਾ ਕੀਤੀ। ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਇਸ ਤਰ੍ਹਾਂ ਨੌਵੇਂ ਪਾਤਸ਼ਾਹ ਨੇ ਵੀ ਇੱਥੇ ਚਰਨ ਪਾਏ। ਇਹ ਧਰਤੀ ਬੜੀ ਪਵਿੱਤਰ ਹੋ ਗਈ। ਗੁਰੂ ਰਾਮਦਾਸ ਮਹਾਰਾਜ
ਗੁਰਤਾ ਗੱਦੀ ਤੇ ਬੈਠੇ ਇਹ ਨਗਰ ਵਸਾਇਆ ਤੇ 52 ਪ੍ਰਕਾਰ ਦੇ ਲੋਕ, ਜਿੱਥੇ ਗੁਰੂ ਅਮਰਦਾਸ ਮਹਾਰਾਜ ਨੇ 22 ਮੰਜੀਆਂ ਸਥਾਪਿਤ ਕੀਤੀਆਂ। ਗੁਰੂ ਸਾਹਿਬ ਨੇ 52 ਪੀੜ੍ਹੇ ਤੇ ਥਾਂ ਥਾਂ ਤੇ ਪ੍ਰਚਾਰਕ ਭੇਜੇ ਪ੍ਰਚਾਰ ਕਰਨ ਵਾਸਤੇ। ਉਹ ਥਾਂ ਥਾਂ ਤੇ ਜਾ ਕੇ ਦਸਵੰਧ ਦੀ ਮਾਇਆ ਗੁਰੂ ਘਰ ਵਿੱਚ ਲਿਆਉਂਦੇ ਸਨ। ਇਹ ਜੋ ਸਸਰਾਮ ਦੀ ਧਰਤੀ ਹੈ ਨਾ, ਉੱਥੇ ਸ਼ੇਰਸ਼ਾਹ ਸੂਰੀ ਉਸੇ ਹੀ ਨਗਰ ਦਾ ਹੈ। ਉੱਥੇ ਗੁਰੂ ਦਾ ਇੱਕ ਸੇਵਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਜਿਹਨੂੰ ਲੋਕ ਚਾਚਾ ਫੱਗੂ ਕਹਿੰਦੇ ਸਨ, ਜਦੋਂ ਉਹਦੇ ਕੋਲ ਗਏ ਤੇ ਮੰਗ ਕੇ ਉਹਦੇ ਤੋਂ ਭੇਟਾ ਲਈ ਸੀ। ਇਹਦਾ ਭਾਵ ਸੀ ਕਿ ਇਹ ਜਿਹੜੇ ਲੋਕ ਸਨ, ਇਹ ਗੁਰੂ ਘਰ ਦੀ ਭੇਟਾ ਆਪਣੇ ਕੋਲ ਇਕੱਠੀ ਕਰਕੇ ਤੇ ਫਿਰ ਗੁਰੂ ਦਰਬਾਰ ਵਿੱਚ ਪਹੁੰਚਾਉਂਦੇ ਸਨ। ਉਚੇਚੇ ਤੌਰ 'ਤੇ ਵਿਸਾਖੀ ਤੇ ਦੀਵਾਲੀ ਦੇ ਸਮੇਂ ਆਪ ਵੀ ਆਉਂਦੇ ਤੇ ਸੰਗਤਾਂ ਨੂੰ ਵੀ ਲੈ ਕੇ ਆਉਂਦੇ ਸਨ। ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ 974 ਸ਼ਬਦ, ਉਹ ਗੁਰੂ ਅੰਗਦ ਦੇਵ ਜੀ ਦੇ 63 ਸ਼ਲੋਕ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ 869। ਇਹ ਬਾਣੀ ਤਾਂ ਆਪ ਜੀ ਦੇ ਕੋਲ ਇਕੱਤਰ ਹੋਈ ਹੀ, ਪਰ 30 ਰਾਗਾਂ ਵਿੱਚ ਆਪ ਜੀ ਨੇ 638 ਸ਼ਬਦ ਰਚਨਾ ਕੀਤੀ। 19 ਰਾਗ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਲੇ, ਜਿਨ੍ਹਾਂ ਵਿੱਚੋਂ 17 ਗੁਰੂ ਅਮਰਦਾਸ ਮਹਾਰਾਜ ਨੇ ਵਰਤੇ, ਤੇ 11 ਰਾਗ ਹੋਰ ਚੇਚੇ ਗੁਰੂ ਰਾਮਦਾਸ ਮਹਾਰਾਜ ਨੇ ਉਚਾਰੇ, ਤੇ ਉਹ ਬਾਣੀ ਦੀ ਰਚਨਾ ਕੀਤੀ। 638 ਸ਼ਬਦ ਆਪ ਜੀ ਨੇ ਉਚਾਰੇ ਨੇ। ਜਦੋਂ ਅਸੀਂ ਆਸਾ ਦੀ ਵਾਰ ਸੁਣਦੇ ਹਾਂ, ਉਹਦੇ ਵਿੱਚ ਜਿਹੜੇ ਛੱਕੇ ਨੇ, ਜਿੱਦਾਂ ਹਰ ਜੁਗ ਜੁਗ ਭਗਤੋ ਪਾਇਆ, ਇਹ ਜਿੰਨੇ ਵੀ ਇਸ ਪ੍ਰਕਾਰ ਦੇ ਗੁਰੂ ਘਰ ਦੇ ਕੀਰਤਨੀਏ ਵਾਰ ਦੇ ਵਿੱਚ ਮਿਲਾ ਕੇ ਪੜ੍ਹਦੇ ਨੇ। ਹਰ ਪੌੜੀ ਤੋਂ ਬਾਅਦ ਜਦੋਂ ਨਵਾਂ ਸ਼ਲੋਕ ਸ਼ੁਰੂ ਕਰਨਾ ਹੈ ਤੇ ਪਹਿਲਾਂ ਇਹਨਾਂ ਸ਼ਬਦਾਂ ਵਿੱਚੋਂ ਇੱਕ ਪਦਾ ਪੜ੍ਹਿਆ ਜਾਂਦਾ ਹੈ। ਤੇ ਆਪਾਂ ਸੁਣਦੇ ਹਾਂ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਉਹ ਭਗਤ ਜਿਨ੍ਹਾਂ ਨੂੰ ਮੰਦਰਾਂ ਵਿੱਚੋਂ ਧੱਕੇ ਪੈਂਦੇ ਨੇ, ਤੇ ਅੱਜ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਅੰਮ੍ਰਿਤ ਵੇਲੇ ਹੁਕਮਨਾਮਾ ਆਉਂਦਾ ਤੇ ਜਿੰਨਾ ਸਤਿਕਾਰ ਗੁਰੂ ਦੀ ਬਾਣੀ ਨੂੰ, ਓਨਾ ਹੀ ਭਗਤ ਨਾਮਦੇਵ ਜੀ ਦੀ ਬਾਣੀ ਨੂੰ ਵੀ ਦਿੱਤਾ ਜਾਂਦਾ ਹੈ। ਗੁਰੂ ਦੀ ਨਿਗਾਹ ਪਈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਉਹਨਾਂ ਬਾਣੀ ਆਪਣੇ ਕੋਲ ਸਾਂਭ ਲਈ। ਸ਼ਾਇਦ ਕਹਿੰਦੇ ਹੁਣ ਭਗਤ ਜੀ ਕੋਈ ਗੱਲ ਨਹੀਂ, ਜੇ ਤੁਹਾਨੂੰ ਮੰਦਰਾਂ ਵਾਲਿਆਂ ਨੇ ਧੱਕੇ ਮਾਰੇ ਨੇ, ਆਓ ਸਾਡੇ ਨਾਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬੈਠੇ ਹੋ ਤੇ ਆਪਾਂ ਹਰਿਮੰਦਰ ਸਾਹਿਬ ਦੇ ਅੰਦਰੋਂ ਦੁਨੀਆ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦਿਆ ਕਰਾਂਗੇ। ਗੁਰੂ ਸਾਹਿਬ ਨਿਮਾਣਿਆਂ ਨੂੰ ਮਾਣ ਦੇਣ ਵਾਲੇ, ਨਿਤਾਣਿਆਂ ਦੇ ਤਾਣ ਤੇ ਨਿਓਟਿਆਂ ਦੀ ਓਟ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਦੇ ਘਰ ਦਾ ਭੰਡਾਰਾ ਸਭ ਨਾਲੋਂ ਵੱਡਾ ਹੈ, ਸਭ ਨਾਲੋਂ ਵੱਡਾ। ਤੇ ਕਿੰਨੇ ਜੀਵ ਉਥੋਂ ਜਿਨ੍ਹਾਂ ਨੂੰ ਡਾਕਟਰ ਜਵਾਬ ਦੇ ਦਿੰਦੇ ਨੇ, ਉਹ ਠੀਕ ਹੁੰਦੇ ਨੇ। ਗੱਲ ਭਰੋਸਾ ਰੱਖਣ ਦੀ ਹੈ। ਕਿਤੇ ਭੰਡਾਰਾ ਵਰਤ ਰਿਹਾ ਹੋਵੇ ਤੇ ਕੋਈ ਜਾਵੇ ਤੇ ਬਰਤਨ ਲੈ ਕੇ ਨਾ ਜਾਵੇ, ਤੇ ਮੁੜ ਕੇ ਕੋਈ ਮੰਗਿਆ ਬਰਤਨ ਨਹੀਂ ਦਿੰਦਾ। ਜੇ ਬਰਤਨ ਲੈ ਕੇ ਜਾਵੇ ਤੇ ਉਹਦੇ ਵਿੱਚ ਪਵਾ ਲੈਂਦਾ ਵਾ, ਪਰਤਾਵੇ ਨੂੰ ਕਹਿੰਦਾ ਇੱਥੇ ਪਾ ਦੇ, ਤੇ ਉਹ ਫਿਰ ਬਰਤਨ ਦੇ ਹਿਸਾਬ ਨਾਲ ਹੀ ਉਹਨੂੰ ਭਰ ਦਿੰਦਾ ਵਾ। ਜਿੰਨਾ ਕੁ ਭਰੋਸਾ ਹੋਏਗਾ ਓਨੀ ਕੁ ਅਰਦਾਸ ਜ਼ਰੂਰ ਪ੍ਰਵਾਨ ਹੋਏਗੀ। ਭਰੋਸਾ ਵੱਡਾ ਹੋਏਗਾ, ਜਿੰਨਾ ਵੱਡੀ ਮਰਜ਼ੀ ਬਿਪਤਾ ਹੋਵੇ ਤੇ ਭਰੋਸੇ ਨਾਲ ਤੁਸੀਂ ਅਰਦਾਸ ਕਰਤੀ ਤੇ ਠੀਕ ਹੋਣਾ ਹੀ ਹੋਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਰਾਮਦਾਸ ਮਹਾਰਾਜ ਜੀ ਉਹ ਗੁਰਤਾ ਗੱਦੀ ਤੇ ਬਿਰਾਜੇ ਹਨ ਤੇ ਗੁਰੂ ਸਾਹਿਬ ਜੀ ਦੀ ਉਪਮਾ ਕੀਤੀ। ਜਦੋਂ ਭਾਈ ਸਤਾ ਜੀ ਤੇ ਭਾਈ ਬਲਵੰਡ ਰਾਏ ਜੀ ਉਹਨਾਂ ਨੇ ਵਾਰ ਉਚਾਰੀ ਨਾ, ਉਦੋਂ ਗੁਰੂ ਸਾਹਿਬ ਜੀ ਦੀ ਉਪਮਾ ਕੀਤੀ।
ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੇ ਧਾਰਿਆ। ਕਹਿਣ ਲੱਗੇ ਗੁਰੂ ਰਾਮਦਾਸ ਮਹਾਰਾਜ ਜੀ ਧਨਤਾ ਦੇ ਯੋਗ ਹਨ, ਸਲਾਉਣ ਦੇ ਯੋਗ ਹਨ। ਜਿਨ੍ਹਾਂ ਨੇ ਉਹਨਾਂ ਨੂੰ ਪੈਦਾ ਕੀਤਾ, ਉਹਨਾਂ ਨੇ ਸੋਹਣਾ ਸਵਾਰ ਦਿੱਤਾ। ਇਹ ਵੱਡੀ ਕਰਾਮਾਤ ਹੋ ਗਈ। ਆਪ ਉਸ ਅਕਾਲ ਪੁਰਖ ਨੇ ਐਸਾ ਆਸਰਾ ਬਖਸ਼ਿਆ ਕਿ ਗੁਰੂ ਰਾਮਦਾਸ ਮਹਾਰਾਜ ਨਿਆਸਰਾਂ ਦੇ ਆਸਰੇ ਬਣ ਗਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖਾਂ ਨੇ ਤੇ ਸੰਗਤਾਂ ਨੇ ਆਪ ਜੀ ਨੂੰ ਪਰਮਾਤਮਾ ਦਾ ਰੂਪ ਜਾਣ ਕੇ ਨਮਸਕਾਰਾਂ ਕੀਤੀਆਂ। ਅਟਲ ਅਥਾ ਅਤੁਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ। हे ਗੁਰੂ ਰਾਮਦਾਸ ਮਹਾਰਾਜ ਜੀ, ਤੂੰ ਅਟਲ ਹੈ, ਤੇਰਾ ਥਾ ਨਹੀਂ ਪਾਇਆ ਜਾ ਸਕਦਾ, ਨਾ ਤੇਰਾ ਕੋਈ ਪਾਰਾਵਾਰ ਦਾ ਅੰਤ ਹੀ ਪਾ ਸਕਦਾ ਹੈ, ਕੋਈ ਨਹੀਂ ਪਾ ਸਕਦਾ। ਅੱਗੇ ਸਿਫਤ ਕਰਦੇ ਕਰਦੇ ਕਹਿ ਦਿੱਤਾ, ਕਹਿਣ ਲੱਗੇ ਧਨ ਸੋ ਤੇਰਾ ਥਾਨ ਹੈ, ਧਨ ਤੇਰਾ ਪੈ ਸਕਾਰਿਆ। ਪੈ ਸਕਾਰਾ ਹੁੰਦਾ ਹੈ ਕਿ ਜਦੋਂ ਕਿਸੇ ਨੇ ਆਉਣਾ ਹੋਵੇ ਨਾ, ਉਹਦੇ ਸਨਮਾਨ ਵਾਸਤੇ ਸੰਗਤ ਇਕੱਠੀ ਹੁੰਦੀ ਹੈ। ਜਿਹੜਾ ਇਕੱਠ ਹੁੰਦਾ ਨਾ, ਉਹਨੂੰ ਕਹਿੰਦੇ ਪੈ ਸਕਾਰਾ। ਅਤੇ ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਸੰਗਤਾਂ ਨੂੰ ਦਰਸ਼ਨ ਦਿੰਦੇ ਸਨ, ਅਤੇ ਜਿਹੜੀ ਉਦੋਂ ਮਰਿਆਦਾ ਸੀ ਉਹੀ ਹੁਣ ਚੱਲ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਮੈਂ ਥੋੜ੍ਹਾ ਜਿਹਾ ਪਿਛੋਕੜ ਦੱਸ ਦੇਵਾਂ। ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ, ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਦੇ ਵੀ ਪ੍ਰਕਾਸ਼ ਕਿੱਥੇ ਕਰੀਏ। ਜਦੋਂ ਜਿਲਦ ਬੰਨ੍ਹ ਕੇ ਸਾਰੀ ਤਿਆਰੀ ਹੋ ਗਈ ਨਾ, ਰਾਮਸਰ ਵਾਲੀ ਜਗ੍ਹਾ 'ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲਿਆਂਦੇ ਗਏ। ਉਦੋਂ ਨਾਂ ਸੀ ਗ੍ਰੰਥ ਸਾਹਿਬ ਜੀ, ਉਦੋਂ ਗੁਰੂ ਨਹੀਂ ਸੀ ਲੱਗਾ। ਅਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਵੀ ਸੱਚੇ ਪਾਤਸ਼ਾਹ, ਸੂਰਜ ਦੇ ਸਾਹਮਣੇ ਟਟਾਣੇ ਦੀ ਰੋਸ਼ਨੀ ਦਾ ਕੀ ਕੰਮ ਹੈ? ਤੁਸੀਂ ਗਿਆਨ ਦੇ ਸੂਰਜ ਹੋ, ਅਤੇ ਮੇਰਾ ਗਿਆਨ ਤੁਹਾਡੇ ਸਾਹਮਣੇ ਕੀ ਪਾਇਆ ਰੱਖਦਾ ਹੈ? ਪਰ ਤੁਸੀਂ ਪੁੱਛਿਆ ਮੈਂ ਤੁਹਾਡਾ ਸੇਵਕ ਹਾਂ, ਦੱਸਣਾ ਮੇਰਾ ਫਰਜ਼ ਬਣਦਾ ਹੈ। ਅਤੇ ਜਿਹੜਾ ਤੁਸੀਂ ਦਰਬਾਰ ਸਾਹਿਬ ਬਣਾਇਆ ਨਾ ਸਤਿਗੁਰੂ ਜੀ, ਉਹ ਸਰੋਵਰ ਦੇ ਵਿੱਚ ਇੱਦਾਂ ਲੱਗਦਾ ਹੈ ਕਿ ਜਿਵੇਂ ਸਮੁੰਦਰ ਵਿੱਚ ਜਹਾਜ਼ ਹੋਵੇ, ਉਹਦੇ ਵਿੱਚ ਪ੍ਰਕਾਸ਼ ਕਰਵਾਓ। ਅਤੇ ਗੁਰੂ ਸਾਹਿਬ ਜੀ ਨੇ ਸੋਹਣੀ ਵਿਛਾਈ ਕਰਵਾਈ, ਸੋਹਣਾ ਚੰਦੋਆ ਸਾਹਿਬ, ਸੋਹਣਾ ਪਲੰਘਾ ਸਾਹਿਬ, ਰਮਾਲੇ ਸਾਹਿਬ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਵਡਿਆਈ ਦਿੱਤੀ। ਕਹਿੰਦੇ ਬਾਬਾ ਬੁੱਢਾ ਜੀ, ਤੁਸੀਂ ਗ੍ਰੰਥ ਸਾਹਿਬ ਆਪਣੇ ਸਿਰ ਦੇ ਉੱਤੇ ਲਓਗੇ, ਅਸੀਂ ਚੌਰ ਸਾਹਿਬ ਕਰਾਂਗੇ। ਇੱਦਾਂ ਹੀ ਕੀਤਾ ਗੁਰੂ ਸਾਹਿਬ ਨੇ। ਚੱਲਦੇ ਚੱਲਦੇ ਹਰਿਮੰਦਰ ਸਾਹਿਬ ਦੇ ਵਿੱਚ ਆ ਗਏ। ਹੁਣ ਜਦੋਂ ਲਿਆ ਕੇ ਗੁਰੂ ਸਾਹਿਬ ਜੀ ਬਿਰਾਜਮਾਨ ਕਰ ਦਿੱਤੇ, ਬਾਬਾ ਬੁੱਢਾ ਸਾਹਿਬ ਜੀ ਬਹਿ ਗਏ ਜਿੱਦਾਂ ਗ੍ਰੰਥੀ ਸਿੰਘ ਤਾਬਿਆਂ ਵਿੱਚ ਬਹਿੰਦੇ। ਪਹਿਲੇ ਗ੍ਰੰਥੀ ਹੋਣ ਦਾ ਮਾਣ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲਿਆ ਹੈ। ਅਤੇ ਕਈ ਵਾਰੀ ਆਪਾਂ ਹੈਡ ਗ੍ਰੰਥੀ ਵੀ ਕਹਿ ਦਿੰਦੇ ਹਾਂ। ਉਹ ਉਦੋਂ ਹੁੰਦਾ ਹੈ ਵੀ ਜਦੋਂ ਜ਼ਿਆਦਾ ਗ੍ਰੰਥੀ ਹੋਣ, ਉਹਨਾਂ ਦੇ ਵਿੱਚੋਂ ਇੱਕ ਨੂੰ ਹੈਡ ਕਿਹਾ ਜਾਂਦਾ ਹੈ ਕਿ ਬਾਕੀਆਂ ਦੀ ਜਿਹੜੀ ਜ਼ਿੰਮੇਵਾਰੀ ਹੈ ਸਾਰੀ ਸੇਵਾ ਦੀ, ਉਹ ਤੁਹਾਨੂੰ ਦਿੱਤੀ ਜਾਂਦੀ ਹੈ। ਬਸ ਇੰਨੀ ਕੁ ਗੱਲ ਹੁੰਦੀ ਹੈ, ਨਹੀਂ ਤਾਂ ਸਾਰੇ ਗ੍ਰੰਥੀ ਹੀ ਹਨ, ਕਿਉਂਕਿ ਗ੍ਰੰਥ ਸਾਹਿਬ ਦੀ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ। ਪਹਿਲੇ ਗ੍ਰੰਥੀ ਹੋਣ ਦਾ ਮਾਣ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋਇਆ। ਸ਼ਾਮ ਨੂੰ ਪੁੱਛਿਆ ਵੀ ਗ੍ਰੰਥ ਸਾਹਿਬ ਜੀ ਵਿਸ਼ਰਾਮ ਕਿੱਥੇ ਕਰਨਗੇ? ਅਤੇ ਗੁਰੂ ਸਾਹਿਬ ਕਹਿਣ ਲੱਗੇ ਜਿਸ ਕੋਠਰੀ ਰਹਿਣ ਹਮਾਰਾ, ਉੱਥੇ ਪਲੰਘੇ ਉੱਤੇ ਕਰਨਗੇ। ਕਹਿੰਦੇ ਤੁਸੀਂ ਕਿੱਥੇ ਕਰੋਗੇ? ਕਹਿੰਦੇ ਅਸੀਂ ਤਾਂ ਜ਼ਮੀਨ 'ਤੇ ਕਰ ਲਾਂਗੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੱਜ ਵੀ ਇੱਕ ਦਰੀ ਅਤੇ ਇੱਕ ਚਾਦਰ ਵਿਛਾਈ ਜਾਂਦੀ ਹੈ ਉਸ ਯਾਦ ਵਿੱਚ, ਗੁਰੂ ਅਰਜਨ ਦੇਵ ਮਹਾਰਾਜ ਦੀ ਯਾਦ ਵਿੱਚ। ਅਤੇ ਜਿੱਦਾਂ ਗੁਰੂ ਸਾਹਿਬ ਜੀ ਦਰਸ਼ਨ ਦੇਣ ਆਉਂਦੇ ਸਨ ਸੰਗਤਾਂ ਨੂੰ,
ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜੁੜਿਆ ਹੁੰਦਾ ਸੀ, ਪੈ ਸ਼ਿਕਾਰਾ ਹੋਇਆ ਹੁੰਦਾ ਸੀ। ਅੱਜ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਉਂਦੇ ਨਾ ਕੋਠਾ ਸਾਹਿਬ ਦੇ ਅੰਦਰੋਂ ਅਕਾਲ ਤਖਤ ਤੋਂ, ਤੇ ਉਹ ਪੈ ਸ਼ਿਕਾਰਾ ਵੇਖਣ ਵਾਲਾ ਹੁੰਦਾ ਹੈ। ਅੰਮ੍ਰਿਤ ਵੇਲੇ ਇੰਨੀ ਠਾਠਾਂ ਮਾਰਦੀ ਸੰਗਤ, ਇੰਨਾ ਵੱਡਾ ਇਕੱਠ, ਔਰ ਲੋਕ ਇੱਕ ਦੂਜੇ ਦੇ ਅੱਗੇ ਹੋ ਕੇ ਸਾਰੇ ਹੀ ਗੁਰੂ ਸਾਹਿਬ ਦੀ ਪਾਲਕੀ ਨੂੰ ਮੋਢਾ ਦੇਣਾ ਚਾਹੁੰਦੇ ਨੇ, ਪਰ ਬਿਨਾਂ ਕਰਮਾਂ ਤੋਂ ਸੇਵਾ ਨਹੀਂ ਮਿਲਦੀ, ਬਿਨਾਂ ਕਰਮਾਂ ਤੋਂ ਨਹੀਂ ਮਿਲਦੀ। ਜਿਸ ਤਰ੍ਹਾਂ ਤੁਸੀਂ ਵੇਖਦੇ ਹੋ ਨਾ ਮੀਡੀਆ ਰਾਹੀਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਰਹੇ ਨੇ ਤੇ ਸੰਗਤ ਕਿੰਨੀ ਦਰਸ਼ਨ ਕਰਨ ਵਾਸਤੇ ਇਕੱਠੀ ਹੋਈ ਹੈ। ਇੱਦਾਂ ਗੁਰੂ ਰਾਮਦਾਸ ਮਹਾਰਾਜ ਜੀ ਤੁਹਾਡਾ ਪੈ ਸ਼ਿਕਾਰਾ ਵੀ ਧਨ ਹੈ, ਧਨ ਹੈ। ਫਿਰ ਆਖਿਆ ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਆਖਿਆ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਰੂਪ ਭਾਈ ਲਹਿਣਾ ਜੀ ਦੇ ਰੂਪ ਵਿੱਚ ਆਏ, ਗੁਰੂ ਅਮਰਦਾਸ ਮਹਾਰਾਜ ਜੀ ਤੋਂ ਹੋ ਕੇ ਹੁਣ ਤੁਸੀਂ ਇਸ ਸਰੀਰ ਵਿੱਚ ਟਿਕੇ ਹੋਏ ਹੋ। ਗੁਰੂ ਰਾਮਦਾਸ ਮਹਾਰਾਜ ਗੁਰ ਡਿਠਾ ਤਾਂ ਮਨ ਸੁਧਾਰਿਆ, ਤੁਹਾਡੇ ਦਰਸ਼ਨ ਕਰਕੇ ਸਾਨੂੰ ਤੇ ਬੜਾ ਵੱਡਾ ਆਸਰਾ ਮਿਲ ਗਿਆ ਹੈ। ਧਾਰਿਆ ਤੋਂ ਭਾਵ ਆਸਰਾ, ਸਾਧਾਰਿਆ ਸਹਿਤ ਆਸਰੇ ਦੇ ਹੋ ਗਏ ਅਸੀਂ। ਹੁਣ ਕਬੀਰ ਸਾਹਿਬ ਵਾਲੀ ਅਵਸਥਾ ਬਣ ਗਈ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਜਦੋਂ ਭੱਟ ਕਰਦੇ ਨੇ ਤੇ ਉਹ ਕਹਿੰਦੇ ਹਮ ਅਵਗਨ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਮੇਰੀ ਭਾਟ ਕੀਰਤ ਦੀ, ਸੇਵਕ ਕੀਰਤ ਦੀ ਅਰਦਾਸ ਹੈ, ਸੱਚੇ ਪਾਤਸ਼ਾਹ ਮੇਰੀ ਸ਼ਰਨ ਆਏ ਦੀ ਲਾਜ ਰੱਖ ਲੈ। ਤੇ ਜਿਹੜਾ ਸ਼ਰਨ ਵਿੱਚ ਆ ਜਾਂਦਾ ਹੈ ਗੁਰੂ ਉਹਦੀ ਲਾਜ ਰੱਖਦਾ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸੁਆਮੀ ਸੰਦਾ ਗੁਰੂ ਦਾ ਬਿਰਧ ਸੁਭਾਅ ਹੈ। ਜਿਹੜਾ ਸ਼ਰਨ ਵਿੱਚ ਆਉਂਦਾ ਉਹਦੀ ਲਾਜ ਰੱਖਦਾ। ਇੱਥੇ ਤੇ ਮੁਗਲਾਂ ਦਾ ਬਾਜ ਉੱਡ ਕੇ ਗੁਰੂ ਦੀ ਸ਼ਰਨ ਵਿੱਚ ਆ ਗਿਆ। ਉਹਨਾਂ ਆਖਿਆ ਸਾਡਾ ਬਾਜ ਦਿਓ। ਆਖਿਆ ਇਹ ਸਾਡੀ ਸ਼ਰਨ ਵਿੱਚ ਆਇਆ, ਅਸੀਂ ਨਹੀਂ ਦਿੰਦੇ। ਜੰਗ ਹੋਈ, ਮੁਗਲ ਸ਼ਖਾਂ ਫੌਜ ਚਾੜ ਕੇ ਲਿਆਇਆ ਤੇ ਗੁਰੂ ਨੇ ਉੱਥੇ ਕੱਚੀ ਲੱਕੜ ਦੀ ਜਿਹੜੀ ਤੋਪ ਆਖਿਆ ਇਹ ਤੋਪ ਵਾਂਗ ਚੱਲੂਗੀ, ਇਹਦੇ ਵਿੱਚ ਤੁਸੀਂ ਭਰ ਕੇ ਜਦੋਂ ਰੋੜੇ ਮਿੱਟੀ ਘਟਾ ਪਿੱਛੋਂ ਬਰੂਦ ਪਾ ਕੇ ਪਲੀਤਾ ਦਓਗੇ, ਇਹੀ ਤੋਪ ਬਣ ਕੇ ਚੱਲੀ। ਉਹਦਾ ਕੁਝ ਹਿੱਸਾ ਅੱਜ ਵੀ ਅੰਮ੍ਰਿਤਸਰ ਪਿਆ ਹੋਇਆ ਹੈ, ਉਹ ਨਿਸ਼ਾਨੀ ਵਜੋਂ। ਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਨੂੰ ਆਖਿਆ ਗੁਰੂ ਰਾਮਦਾਸ ਮਹਾਰਾਜ ਜੀ ਤੁਸੀਂ ਧੰਨ ਹੋ। ਫਿਰ ਕਹਿੰਦੇ ਕਿ ਗੁਰੂ ਰਾਮਦਾਸ ਮਹਾਰਾਜ ਜੀ ਤੁਹਾਡੀ ਸੰਸਾਰ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ, ਜੈ ਜੈਕਾਰ। ਆਪਾਂ ਜ਼ਿਕਰ ਕੀਤਾ ਗੁਰੂ ਅਮਰਦਾਸ ਮਹਾਰਾਜ ਦੀ ਛੋਟੀ ਸਪੁੱਤਰੀ ਬੀਬੀ ਭਾਨੀ ਜੀ ਦੇ ਨਾਲ ਆਪ ਜੀ ਦਾ ਵਿਆਹ ਆਨੰਦ ਕਾਰਜ ਹੋਇਆ। ਜਦੋਂ ਆਪ ਜੀ ਗੁਰੂ ਬਣੇ ਤੇ ਉਹ ਵੀ ਸਾਡੇ ਪੂਜਨੀਕ ਮਾਤਾ ਜੀ, ਮਾਤਾ ਭਾਨੀ ਜੀ ਕਹਿ ਕੇ ਅਸੀਂ ਸਤਿਕਾਰ ਕਰਦੇ ਹਾਂ। ਕਿਸੇ ਨੇ ਪੁੱਛਿਆ ਸੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਐਨੇ ਤਸੀਹੇ ਦਿੱਤੇ ਗਏ ਤੇ ਕਿੱਦਾਂ ਜਰ ਗਏ? ਕਹਿੰਦੇ ਉਹ ਮਾਤਾ ਭਾਨੀ ਦੇ ਜਾਏ ਸਨ, ਇਸ ਵਾਸਤੇ ਭਾਣਾ ਮੰਨ ਗਏ ਕਿਉਂਕਿ ਮਾਤਾ ਭਾਨੀ ਦੇ ਜਾਏ ਸਨ। ਗੁਰੂ ਅਮਰਦਾਸ ਮਹਾਰਾਜ ਨੇ ਬਚਪਨ ਵਿੱਚ ਹੀ ਵਾਕ ਕਰ ਦਿੱਤਾ ਸੀ। ਅੱਗ ਬਾਲੀ ਹੋਈ ਸੀ ਚੁੱਲ੍ਹੇ ਵਿੱਚ, ਬਾਰ-ਬਾਰ ਉੱਧਰ ਨੂੰ ਜਾ ਰਹੇ ਨੇ। ਆਪ ਜੀ ਦੇ ਮਾਤਾ ਜੀ ਮਾਤਾ ਭਾਨੀ ਜੀ ਦੂਰ ਬਿਠਾਉਂਦੇ ਨੇ, ਫਿਰ ਅੱਗ ਵੱਲ ਨੂੰ ਜਾਂਦੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਖਲੋਤੇ ਵੇਖ ਰਹੇ ਨੇ। ਉੱਥੋਂ ਆਵਾਜ਼ ਦਿੱਤੀ, ਭਾਨੀਏ ਇਹਨੂੰ ਅੱਗ ਤੋਂ ਦੂਰ ਕਰਨ ਦਾ ਯਤਨ ਕਰ ਰਹੀ ਹੈ, ਇਹਦਾ ਤੇ ਅੱਗ ਦੇ ਨਾਲ ਬੜਾ ਵੱਡਾ ਵਾਸਤਾ ਹੈ।
ਉਹ ਸਮਾਂ ਆਇਆ, ਤੱਤੀਆਂ ਤਵੀਆਂ 'ਤੇ ਬਹਿ ਗਏ, ਰੇਤਾ ਪਵਾ ਲਈ, ਦੇਗ ਵਿੱਚ ਉਬਲ ਗਏ, ਪੂਰਨੇ ਪਾ ਗਏ। 9ਵੇਂ ਜਾਮੇ ਵਿੱਚ ਸਿੱਖਾਂ ਨੇ ਉਹਨਾਂ ਉੱਤੇ ਲਿਖ ਕੇ ਦਿਖਾ ਦਿੱਤਾ, ਭਾਈ ਦਿਆਲਾ ਜੀ ਵਰਗਿਆਂ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦੇ 3 ਸਾਹਿਬਜ਼ਾਦੇ, ਵੱਡੇ ਪ੍ਰਿਥੀ ਚੰਦ, ਉਹਨਾਂ ਤੋਂ ਛੋਟੇ ਮਹਾਦੇਵ, ਅਤੇ ਸਭ ਤੋਂ ਛੋਟੇ ਸਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। 1563 ਦੇ ਵਿੱਚ ਆਪ ਜੀ ਪ੍ਰਕਾਸ਼ਮਾਨ ਹੋਏ ਸਨ। ਜਦੋਂ ਗੁਰੂ ਰਾਮਦਾਸ ਮਹਾਰਾਜ ਨੇ ਪ੍ਰਿਥੀ ਚੰਦ ਨੂੰ ਆਖਿਆ ਵੀ ਲਾਹੌਰ ਜਾਣਾ ਵਿਆਹ 'ਤੇ, ਉਹਨਾਂ ਮਨਾ ਕਰ ਦਿੱਤਾ ਕਿ ਮੈਂ ਤਾਂ ਲੰਗਰ ਦਾ ਪ੍ਰਬੰਧ ਸੰਭਾਲਦਾ ਹੈ, ਕਿੱਦਾਂ ਚੱਲੇਗਾ। ਮਹਾਦੇਵ ਕਹਿੰਦਾ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ, ਕਿਉਂਕਿ ਨਿਰਲੇਪ ਰਹਿ ਰਿਹਾ ਸੀ। ਗੁਰੂ ਅਰਜਨ ਦੇਵ ਨੇ ਹੱਥ ਜੋੜੇ, ਆਪ ਜੀ ਗਏ। ਜਦੋਂ ਗੁਰੂ ਰਾਮਦਾਸ ਮਹਾਰਾਜ ਨੇ ਬੁਲਾਇਆ ਉਦੋਂ ਹੀ ਵਾਪਸ ਆਏ, ਕਿਉਂਕਿ ਤੀਜੀ ਚਿੱਠੀ ਜਿਹੜੀ ਸੀ ਉਹ ਗੁਰੂ ਤੱਕ ਪਹੁੰਚੀ ਸੀ। ਪ੍ਰਿਥੀ ਚੰਦ ਲੁਕਾ ਲੈਂਦਾ ਸੀਗਾ। ਗੁਰੂ ਸਾਹਿਬ ਨੇ ਫੇਰ ਜਾਣਿਆ ਸੀ ਕਿ ਪ੍ਰਿਥੀ ਚੰਦ ਜਿਹੜਾ ਬੜਾ ਵੱਲ ਛਲ ਕਰਦਾ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਵੀ ਕਹਿ ਦਿੱਤਾ ਸੀ, ਇਹਦਾ ਮਨ ਤੇ ਮਾਇਆ ਵਿੱਚ ਰੰਗਿਆ ਹੋਇਆ ਹੈ, ਇਹਦੇ ਅੰਦਰ ਨਾਮ ਨੂੰ ਕੋਈ ਜਗ੍ਹਾ ਨਹੀਂ ਹੈ, ਸੇਵਾ ਭਾਵਨਾ ਵੀ ਨਹੀਂ ਹੈ ਅੰਦਰ, ਕੇਵਲ ਮਾਇਆ ਦਾ ਲਾਲਚ ਬੈਠਾ ਹੋਇਆ ਜੀ। ਗੁਰੂ ਰਾਮਦਾਸ ਮਹਾਰਾਜ ਨੇ ਜਿਹੜੀ ਬਾਣੀ ਸਾਨੂੰ ਲਿਖ ਕੇ ਦਿੱਤੀ ਨਾ, ਲਾਵਾਂ ਦਾ ਪਾਠ, ਅੱਜ ਅਸੀਂ ਉਸ ਬਾਣੀ ਨੂੰ ਪੜ੍ਹ ਕੇ ਤੇ ਬੱਚਿਆਂ ਦਾ ਵਿਆਹ ਆਨੰਦ ਕਾਰਜ ਕਰਾਉਣੇ ਹਾਂ। ਉਹਦੇ ਵਿੱਚ ਗੁਰੂ ਸਾਹਿਬ ਨੇ ਜੀਵਨ ਦੇ ਪੜਾਅ ਦੱਸੇ। ਗੁਰੂ ਰਾਮਦਾਸ ਮਹਾਰਾਜ ਸਿੱਖ ਦੀ ਪਰਿਭਾਸ਼ਾ ਦੱਸਦੇ ਨੇ ਵੀ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ। ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠਰ ਨਾਮ ਧਿਆਵੇ। ਜਿਹੜਾ ਗੁਰੂ ਦਾ ਸਿੱਖ ਅਖਵਾਉਂਦਾ ਜਾਂ ਗੁਰੂ ਦਾ ਸਿੱਖ ਕਿਹੋ ਜਿਹਾ ਹੋਵੇ, ਉਹ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦਾ ਨਾਮ ਜਪਦਾ। ਜਿਹੜਾ ਸਿੱਖ ਹੁੰਦਾ ਅੰਮ੍ਰਿਤ ਭਲ ਕੇ, ਕਹਿੰਦੇ ਨੇ ਅੰਮ੍ਰਿਤ ਵੇਲੇ ਨੂੰ ਪਉ ਫਟਾਲਾ ਵੀ ਕਹਿੰਦੇ ਨੇ, ਝਾਲ ਵੀ ਕਹਿੰਦੇ ਨੇ, ਸੁੱਤੀ ਸੁੱਤੀ ਝਾਲ ਥੀਆ। ਸੁੱਤਿਆਂ ਸੁੱਤਿਆਂ ਅੰਮ੍ਰਿਤ ਵੇਲਾ ਹੋ ਗਿਆ ਤੇ ਸੁੱਤਿਆਂ ਸੁੱਤਿਆਂ ਲੰਘ ਗਿਆ। ਕਈ ਵਾਰੀ ਸਾਡੇ ਨਾਲ ਹੁੰਦਾ ਇਸ ਤਰ੍ਹਾਂ, ਕਈ ਵਾਰੀ ਜਿੱਦਾਂ ਸਾਲ 'ਚ 2-4 ਵਾਰੀ ਹਰ ਕਿਸੇ ਨਾਲ ਹੋ ਹੀ ਜਾਂਦਾ। ਉਹ ਕਹਿੰਦਾ 5 ਮਿੰਟ ਬਾਅਦ ਉੱਠਦਾ, ਫਿਰ ਉਹ ਅੰਮ੍ਰਿਤ ਵੇਲਾ ਲੰਘ ਕੇ ਜਾਗ ਆਉਂਦੀ ਹੈ। ਸਾਰਾ ਦਿਨ ਫਿਰ ਸੁੱਖ ਦਾ ਨਹੀਂ ਲੰਘਦਾ। ਇਹਦੇ ਨਾਲੋਂ ਚੰਗਾ ਵੀ ਅਲਾਰਮ ਹੀ ਦੂਰ ਰੱਖੋ, ਉੱਠ ਕੇ ਬੰਦ ਕਰੋਗੇ ਤੇ ਫਿਰ ਬੈੱਡ ਵੱਲ ਨੂੰ ਨਹੀਂ ਜਾਣਾ। ਫਿਰ ਵਾਹਿਗੁਰੂ ਵਾਹਿਗੁਰੂ ਰਸਨਾ ਤੋਂ ਨਿਕਲੇ, ਇਸ਼ਨਾਨ ਕਰੋ ਤੇ ਮੂਲ ਮੰਤਰ ਦਾ ਜਾਪ ਕਰੋ, ਫਿਰ ਨਿਤਨੇਮ ਦੀਆਂ ਬਾਣੀਆਂ। ਅੰਮ੍ਰਿਤ ਵੇਲੇ ਉੱਠਦਾ ਗੁਰੂ ਦਾ ਸਿੱਖ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਪ੍ਰਭਾਤ ਵੀ ਅੰਮ੍ਰਿਤ ਵੇਲੇ ਨੂੰ ਕਹਿੰਦੇ ਨੇ। ਉਦਮ ਕਰੇ, ਅਤੇ ਜੇ ਇਹ ਉਦਮ ਕਰੇਗਾ ਕੀ ਮਿਲੇਗਾ? ਕਿਉਂਕਿ ਬੰਦਾ ਕਹਿੰਦਾ ਮੈਂ ਜਿਹੜਾ ਵੀ ਕੰਮ ਕਰਾਂ ਮੈਨੂੰ ਕੀ ਮਿਲੇਗਾ, ਅਤੇ ਮਹਾਰਾਜ ਕਹਿੰਦੇ ਉਦਮ ਕਰ ਤਾਂ ਆਨੰਦ ਭਇਆ, ਸਿਮਰਤ ਸੁਖ ਸਾਰ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਅੰਮ੍ਰਿਤ ਵੇਲੇ ਉਦਮ ਕਰੇਗਾ, ਹਿੰਮਤੇ ਮਰਦਾ ਮਦਦੇ ਖੁਦਾਏ, ਖੁਦਾ ਵੀ ਤੇਰੀ ਮਦਦ ਕਰੇਗਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਗੁਰੂ ਤੈਨੂੰ ਕਰੋੜਾਂ ਕਦਮਾਂ ਦਾ ਬਲ ਬਖਸ਼ੇਗਾ। ਇਹ ਬਾਹਰ ਦਾ ਪੈਂਡਾ ਨਹੀਂ ਜੇ, ਇਹ ਵੀ ਯਾਦ ਰੱਖਣਾ, ਕਿਉਂਕਿ ਹੁਣ ਕਰੋੜਾਂ ਕਦਮ ਸਾਨੂੰ ਚੱਲਣ ਦੀ ਲੋੜ ਨਹੀਂ ਹੈ। ਗੁਰੂ ਸਾਡੇ ਕੋਲ ਨੇ। ਹਰ ਕਲੋਨੀ ਦੇ ਵਿੱਚ ਗੁਰਦੁਆਰੇ ਹਨ, ਕਈਆਂ ਨੇ ਘਰਾਂ ਵਿੱਚ ਪ੍ਰਕਾਸ਼ ਕੀਤਾ ਹੈ। ਜੇ ਤੁਸੀਂ ਸੱਚੇ ਸੁੱਚੇ ਮਨ ਦੇ ਨਾਲ ਘਰ ਬਹਿ ਕੇ ਵੀ ਗੁਰਬਾਣੀ ਦਾ ਨਿਤਨੇਮ ਕਰਦੇ ਹੋ, ਸਹਿਜ ਪਾਠ ਕਰਦੇ ਹੋ, ਅਤੇ ਗੁਰੂ ਨਾਲ ਜੁੜੇ ਹੋਏ ਹੋ, ਪਰ ਸੰਗਤ ਕਿਉਂ ਕਰਨੀ ਹੈ? ਗੁਰੂ ਨੇ ਹਦਾਇਤ ਦਿੱਤੀ ਕਿ ਰੋਜ਼ ਰਹਿਤ ਮਰਿਆਦਾ ਪੜ੍ਹ ਕੇ ਦੇਖੋ, ਰੋਜ਼ ਸਤ ਸੰਗਤ ਵਿੱਚ ਜਾਣਾ। ਤੁਹਾਡੇ ਕੋਲ 5 ਮਿੰਟ ਹੈ ਜਾਂ 50 ਮਿੰਟ ਹੈ, ਵੱਖਰੀ ਗੱਲ ਹੈ, ਬੈਠੋ। ਜੇ 5 ਮਿੰਟ ਹੈ 5 ਮਿੰਟ ਹੀ ਬਹਿ ਜਾਓ। ਮਧੂ ਮੱਖੀ ਵਾਂਗੂ ਉਹ ਥੋੜ੍ਹਾ ਜਿਹਾ ਸਮਾਂ ਹੀ ਬਹਿੰਦੀ ਰਸਾ ਲੈ ਕੇ ਉੱਡ ਜਾਂਦੀ। ਤੁਸੀਂ ਅੱਧੀ ਤੋਂ ਅੱਧੀ ਘੜੀ ਅੱਜ ਦੇ ਸਮੇਂ 'ਚ ਗਿਣੋ ਤੇ 6 ਮਿੰਟ ਬਣਦੇ ਨੇ।
मैं 5 कहा, चलो भगत जी ने 6 कहा। कबीर एक घड़ी आदि हूँ ते आद 6 मिनट भगतन सेती गोष्टे जो कीने सो लाभ। ते गुरु के दर ते बवांगे तो लाभ जरूर मिलेगा। किसी किसान की खेती मर सकती है, खेती बीजी मीह पै गया जां पक्की दे उत्ते हनेरी झुल गई, मीह पै गया, उन्होंने घाटा हो सकता है। ਵਪਾਰੀ ਨੂੰ ਵਪਾਰ ਵਿੱਚ ਘਾਟਾ ਹੋ ਸਕਦਾ ਹੈ। ਪਰ ਜਿਹੜਾ ਸਮਾਂ ਤੁਸੀਂ ਇੱਥੇ ਬੈਠ ਕੇ ਬਿਤਾਇਆ ਨਾ, ਉਹ ਘਾਟੇ ਵਾਲਾ ਨਹੀਂ ਹੈ, ਉਹਦੇ ਵਿੱਚ ਤੇ ਲਾਭ ਹੀ ਹੋਣਾ, ਲਾਭ ਹੀ। ਕੋਈ ਦੁਨਿਆਵੀ ਐਸਾ ਸੌਦਾ ਨਹੀਂ ਕਿ ਜਿਹੜਾ ਤੁਹਾਨੂੰ 100% ਗਰੰਟੀ ਦੇਵੇ ਕਿ ਜੇ ਤੁਸੀਂ ਆਹ ਕੰਮ ਕਰੋ ਤੇ ਲਾਭ ਹੀ ਹੋਏਗਾ। ਕਈ ਇਹ ਗੱਲ ਜ਼ਰੂਰ ਕਹਿ ਦੇਣ ਕਿ 90% ਗਰੰਟੀ ਹੈ, ਪਰ ਜਿਹੜਾ 10% ਹੈ ਉਹ ਬੜਾ ਜ਼ਿਆਦਾ ਹੁੰਦਾ ਹੈ। ਪਰ ਇੱਥੇ ਜਿਹੜਾ ਗੁਰੂ ਘਰ ਵਿੱਚ ਮਨ ਕਰਕੇ ਅਸੀਂ ਜੁੜ ਕੇ ਬੈਠ ਗਏ ਨਾ, ਕਥਾ ਕੀਰਤਨ ਸੁਣ ਲਿਆ, ਗੁਰਬਾਣੀ ਦਾ ਪਾਠ ਸੁਣ ਲਿਆ ਜਾਂ ਆਪ ਅਸੀਂ ਰਸਨਾ ਤੋਂ ਕਰ ਲਿਆ, ਉਹ ਲਾਹਾ ਮਿਲਣਾ ਹੀ ਮਿਲਣਾ ਹੈ। ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਗੁਰੂ ਦੇ ਉਪਦੇਸ਼ਾਂ ਅਨੁਸਾਰ ਪ੍ਰਭੂ ਦਾ ਨਾਮ ਜਪੇ ਤੇ ਕੀ ਹੋਏਗਾ? ਸਾਰੇ ਪਾਪ ਦੂਰ ਹੋ ਜਾਣਗੇ, ਸਾਰੇ ਦੁੱਖ ਦੂਰ ਹੋ ਜਾਣਗੇ। ਦੁੱਖ ਐਸੇ ਵੀ ਮੰਨੇ ਨੇ ਕਿ ਜਿਹੜੇ 5 ਦੁੱਖ ਨੇ, ਇੱਕ ਇੱਕ ਦੁੱਖ ਕਰਕੇ ਜੀਵ ਮੌਤ ਦੇ ਘਾਟ ਉਤਰ ਜਾਂਦੇ ਨੇ। ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਸਾਧ ਜਾਮੈ ਤਾਂ ਕੀ ਕੇਤਕਾਸ। ਬੰਦੇ ਦੇ ਅੰਦਰ ਪੰਜੇ ਹੀ ਹੈ। ਹੁਣ ਜਿਹੜਾ ਹਿਰਨ ਹੈ ਉਹਦੇ ਅੰਦਰ ਕੰਢਹੇੜੇ ਦਾ ਨਾਦ ਸੁਣਨ ਦਾ ਦੁੱਖ ਹੈ, ਦੋਖ ਹੈ। ਦੁੱਖ ਹੋਰ ਹੁੰਦਾ ਹੈ, ਦੋਖ ਹੋਰ ਹੈ। ਇਹ ਸ਼ਬਦ ਸਪਰਸ਼ ਰੂਪ ਰੰਗ, ਰੂਪ ਰਸ ਤੇ ਗੰਧ, ਹੁਣ ਸਾਡੇ ਗਿਆਨ ਇੰਦਰੇ ਜੁੜੇ ਹੋਏ ਇਹਨਾਂ ਨਾਲ। ਹੁਣ ਜਿਹੜਾ ਸ਼ਬਦ ਹੈ ਉਹਦੇ ਨਾਲ ਸਾਡੇ ਕੰਨ ਜੁੜੇ ਹੋਏ ਨੇ, ਤੇ ਅੱਗੇ ਆ ਗਿਆ ਸਪਰਸ਼, ਉਹਦੇ ਨਾਲ ਸਾਡੀ ਚਮੜੀ ਜੁੜੀ ਹੋਈ। ਅੱਗੇ ਰੂਪ, ਸਾਡੀਆਂ ਅੱਖਾਂ ਜੁੜ ਗਈਆਂ, ਰੂਪ ਦੇਖਣ ਦੀਆਂ ਆਦੀ ਨੇ। ਰਸ, ਸਾਡੀ ਜੇਬਾ ਜੁੜ ਗਈ, ਤੇ ਗੰਧ, ਸਾਡੀਆਂ ਨਾਸਿਕਾਂ ਜੁੜ ਗਈਆਂ। ਹੁਣ ਦੇਖੋ ਵੀ ਸ਼ਬਦ, ਇਹਦੇ ਨਾਲ ਹਿਰਨ ਦਾ ਨਾਸ ਹੋ ਜਾਂਦਾ ਹੈ। ਸਪਰਸ਼ ਹਾਥੀ, ਉਹ ਦੂਜੇ ਦੇ ਵੱਸ ਵਿੱਚ ਹੋ ਜਾਂਦਾ ਹੈ, ਕੁੰਡਿਆਂ ਦੀ ਮਾਰ ਸਹਾਰਦਾ ਹੈ, ਸਾਰੀ ਉਮਰ ਕੁੰਡਿਆਂ ਦੀ ਮਾਰ ਖਾਂਦਾ ਰਹਿੰਦਾ ਹੈ। ਫਿਰ ਅੱਗੇ ਰੂਪ ਹੈ, ਪਤੰਗੇ ਦੀ ਮੌਤ ਹੋ ਜਾਂਦੀ ਹੈ। ਰਸ ਹੈ, ਜਿਹੜਾ ਮੱਛੀ ਹੈ, ਉਹ ਲੋਹੇ ਦੀ ਕੁੰਡੀ ਨਿਕਲ ਜਾਂਦੀ ਹੈ, ਸ਼ਿਕਾਰੀ ਖਿੱਚ ਕੇ ਬਾਹਰ ਕੱਢ ਲੈਂਦਾ ਹੈ, ਤੜਪ ਤੜਪ ਕੇ ਉਹਦੀ ਮੌਤ ਹੋ ਜਾਂਦੀ। ਅੱਗੇ ਗੰਧ, ਗੰਧ 2 ਪ੍ਰਕਾਰ ਦੀ ਹੁੰਦੀ ਹੈ, ਇੱਕ ਦੁਰਗੰਧ ਹੁੰਦੀ ਹੈ, ਇੱਕ ਸੁਗੰਧ ਹੁੰਦੀ ਹੈ। ਉਹ ਸੁਗੰਧ ਦਾ ਆਦੀ ਹੈ ਭੌਰਾ, ਉਹ ਕਮਲ ਦੇ ਫੁੱਲ ਵਿੱਚ ਸੰਪਟ ਹੋ ਜਾਂਦਾ, ਉਹਦੀ ਮੌਤ ਹੋ ਜਾਂਦੀ। ਇੱਕ ਇੱਕ ਦੋਖ ਦਾ ਕਰਕੇ ਬੰਦੇ ਦੇ ਅੰਦਰ ਪੰਜੇ ਹੀ ਨੇ। ਬਚਣ ਦਾ ਕੀ ਅਸੀਂ ਅੰਦਾਜ਼ਾ ਲਾ ਸਕਦੇ ਇਹਦਾ? ਪਰ ਜੇ ਪ੍ਰਭੂ ਦੇ ਨਾਮ ਨਾਲ ਜੁੜ ਜਾਏ ਤੇ ਕਹਿੰਦੇ ਨੇ ਇਹ ਸਾਰੇ ਨਾਸ ਹੋ ਜਾਂਦੇ ਨੇ, ਪਾਪ ਨਾਸ ਹੋ ਜਾਂਦੇ ਨੇ। ਗੁਰੂ ਸਾਹਿਬ ਜੀ ਕਹਿੰਦੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਫਿਰ ਦਿਨ ਚੜ੍ਹੇ, ਫਿਰ ਗੁਰਬਾਣੀ ਦਾ ਪਾਠ ਕਰੇ। ਮੈਂ ਕਹਿੰਦਾ ਹੁੰਦਾ ਵੀ ਜੇ ਜ਼ਿਆਦਾ ਨਹੀਂ ਤੇ ਸਾਲ ਵਿੱਚ ਇੱਕ ਹੀ ਸਹਿਜ ਪਾਠ ਕਰ ਲਓ। ਰੋਜ਼ ਤੁਸੀਂ 4 ਕੰਗ ਹੀ ਪੜ੍ਹੋ, ਤੇ ਪੜ੍ਹ ਕੇ ਗੁਰਬਾਣੀ ਤੇ ਨਾਲ ਵਿਚਾਰ ਵੀ ਲਓ, ਜਿੰਨੀ ਕੁ ਬੁੱਧੀ ਬਖਸ਼ੀ ਗੁਰੂ ਸਾਹਿਬ ਨੇ। ਤੇ ਗੁਰੂ ਸਾਹਿਬ ਦੇ ਇਸ ਤਰ੍ਹਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ। ਜਾਣਾ ਤੇ ਆਪਾਂ ਸਾਰਿਆਂ ਨੇ, ਤੇ ਜਦੋਂ ਅਸੀਂ ਜਾਣਾ ਵਾ ਤੇ ਗ੍ਰੰਥੀ ਸਿੰਘ ਅਰਦਾਸ ਕਰਦਾ ਹੋਵੇ ਵੀ ਮਹਾਰਾਜ ਇਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੇ ਗੁਰੂ ਅੱਗੋਂ ਕਹਿ ਨਾ ਦਵੇ ਵੀ ਇਹਨੇ ਮੇਰੇ ਪੂਰੇ ਦਰਸ਼ਨ ਤੇ ਕੀਤੇ ਹੀ ਨਹੀਂ। ਤੇ ਨਾਲੇ ਸਾਡਾ ਫਰਜ਼ ਵੀ ਬਣਦਾ ਹੈ ਪਾਠ ਕਰਨਾ, ਗੁਰਬਾਣੀ ਪੜ੍ਹਨੀ।
ਸ਼ੁਰੂ ਕਰ ਦਿਓ, ਭਾਵੇਂ ਸਾਲ ਬਾਅਦ ਭੋਗ ਪਾਓ। ਰੋਜ਼ 4 ਅੰਗ ਹੀ ਪੜ੍ਹੋ, ਕਿਸੇ ਦਿਨ 2 ਪੜ੍ਹ ਲਓ, ਕਿਸੇ ਦਿਨ 5 ਪੜ੍ਹ ਲਓ, ਜਿੰਨਾ ਕੁ ਸਮਾਂ ਹੋਵੇ। ਤੇ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਤੁਸੀਂ ਬਾਣੀ ਪੜ੍ਹ ਕੇ ਕਰ ਲਓਗੇ। ਬਹਿੰਦਿਆਂ ਉੱਠਦਿਆਂ ਪ੍ਰਮਾਤਮਾ ਦਾ ਨਾਮ ਜਪਣਾ ਹੈ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਜਿਮ ਨਿਸ ਦਿਨ ਘਰ ਕਾਜ ਸੁਧਾਰੇ, ਗੁਰੂ ਰਾਮਦਾਸ ਮਹਾਰਾਜ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ। ਤਿਆਗੇ ਕਬੂ ਨ ਲੱਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ। ਪੜਨ ਸੁਣਨ ਕੀਜੈ ਰੁਚ ਠਾਨੀ, ਧਰਿਓ ਅਰਥ ਜੋ ਸ਼ਬਦ ਮਝਾਰਾ। ਸਣੇ ਸਣੇ ਤਿਸ ਕਰੋ ਵਿਚਾਰਾ, ਕਿਆ ਗੁਰ ਕਹੇ ਕਰੇ ਹਮ ਕਹਾਂ। ਸਣੇ ਸਣੇ ਮੋੜੇ ਮਨ ਮਹਾ। ਫਿਰ ਨਾਲੇ ਪਤਾ ਲੱਗੇਗਾ ਗੁਰਬਾਣੀ ਕੀ ਕਹਿੰਦੀ ਹੈ, ਅਸੀਂ ਕੀ ਕਰਦੇ ਹਾਂ। ਹੌਲੀ ਹੌਲੀ ਮਨ ਨੂੰ ਸਮਝਾ ਕੇ, ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਤੇ ਇਸ ਨੂੰ ਗੁਰਬਾਣੀ ਦੇ ਅਨੁਸਾਰ ਹੀ ਆਪਾਂ ਮੋੜ ਸਕਦੇ ਹਾਂ। ਨਹੀਂ ਤਾਂ ਭਗਤ ਜੀ ਕਹਿੰਦੇ, ਮਾਤਾ ਭੈਸਾ ਅਮੋਹਾ ਜਾਏ, ਕੁਦ ਕੁਦ ਚਰੇ ਰਸਾਤਲ ਪਾਏ। ਇਹ ਤਾਂ ਮਸਤ ਝੋਟੇ ਵਾਂਗੂ ਹੈ ਮਨ ਸਾਡਾ, ਮੋੜਿਆਂ ਮੁੜਦਾ ਹੀ ਨਹੀਂ। ਪਰ ਜੇ ਇਹਨੂੰ ਅਸੀਂ ਨਾਮ ਦਾ ਪੈਂਖੜ ਪਾ ਲਾਂਗੇ ਨਾ, ਜਿੱਦਾਂ ਘੁਮਿਆਰ ਗਧੇ ਦਾ ਮਾਲਕ ਉਦੋਂ ਹੀ ਪੈਂਖੜ ਖੋਲ੍ਹਦਾ ਜਦੋਂ ਉਹਦੇ 'ਤੇ ਉਹਨੇ ਭਾਰ ਲੱਦਣਾ ਹੋਵੇ, ਨਹੀਂ ਤੇ ਉਹ ਉਪਦਰਵ ਕਰਦਾ ਹੈ। ਇਹ ਤਾਂ ਮਨ ਦਾ ਵੀ ਵਿਸ਼ਵਾਸ ਨਾ ਕਰੋ। ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ। ਖਰਕਾ ਪੈਖਰ ਤਾਉ ਛੁੱਟੇ ਜਾਓ ਉੱਪਰ ਲਾਦਾ। ਇਹਦੇ 'ਤੇ ਵੀ ਬਾਣੀ ਦਾ ਨਾਮ ਦਾ ਵਜਨ ਪਾ ਕੇ ਰੱਖਣਾ ਹੈ, ਤੇ ਫਿਰ ਇਹ ਸਿੱਧਾ ਰਹਿੰਦਾ ਹੈ, ਫਿਰ ਇਹ ਕਾਬੂ ਵਿੱਚ ਰਹਿੰਦਾ। ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਕਿਰਪਾ ਉਦੋਂ ਹੋਏਗੀ ਜਦੋਂ ਅਸੀਂ ਪ੍ਰਭੂ ਦਾ ਨਾਮ ਜਪਾਂਗੇ। ਫਿਰ ਇੰਨੀ ਹੋਏਗੀ ਕਿ ਅਸੀਂ ਸੋਚਿਆ ਵੀ ਨਹੀਂ ਹੋਵੇਗਾ। ਸਤਿਗੁਰੂ ਜੀ ਕਿਰਪਾ ਕਰਨ, ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ, ਪਾਵਨ ਦਰ ਦੀ ਹਾਜ਼ਰੀ ਭਰਨ ਦਾ ਬਾਲ ਉਤਸ਼ਾਹ ਬਖਸ਼ਿਸ਼ ਕਰਨ। ਆਪ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹੋ। ਸਮੂਹ ਸੰਗਤ ਨੂੰ, ਪ੍ਰਬੰਧਕਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ। ਮੁੱਖ ਪ੍ਰਬੰਧਕ ਸਰਦਾਰ ਪ੍ਰਗਟ ਸਿੰਘ ਜੀ, ਸਰਦਾਰ ਮਹਿੰਦਰ ਸਿੰਘ ਜੀ ਤੇ ਉਹਨਾਂ ਦੇ ਸੰਯੋਗੀ ਸਮੂਹ ਪ੍ਰਬੰਧਕ ਕਮੇਟੀ ਨੂੰ ਬਹੁਤ ਬਹੁਤ ਵਧਾਈਆਂ। ਬਹੁਤ ਬਹੁਤ ਧੰਨਵਾਦ ਹੈ ਸੰਗਤਾਂ ਦਾ, ਪ੍ਰਬੰਧਕਾਂ ਦਾ। ਆਪ ਜੀ ਸੰਗਤਾਂ ਦੇ ਦਰਸ਼ਨ ਕਰਵਾਉਂਦੇ ਹੋ। ਆਪ ਜੁੜੇ ਰਹੋ, ਹੋਰਨਾਂ ਨੂੰ ਜੋੜਦੇ ਰਹੋ। ਸਤਿਗੁਰੂ ਦਰੋਂ ਘਰੋਂ ਖੁਸ਼ੀਆਂ ਖੇੜੇ ਬਖਸ਼ਣ, ਜ਼ਿੰਦਗੀ ਦੇ ਸਮੂਹ ਸੁੱਖ ਨਾਮਦਾਨ ਬਖਸ਼ਿਸ਼ ਕਰਨ। ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।